ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੀ ਸ਼ਰਨ ਮੇਰੇ ਦੀਨ ਦਿਆਲਾ, ਸੁਖ ਸਾਗਰ ਮੇਰੇ ਗੁਰ ਗੋਪਾਲਾ। ਕਰ ਕਿਰਪਾ ਨਾਨਕ ਗੁਣ ਗਾਵੇ, ਰਾਖੋ ਸਰਮ ਅਸਾਰੀ ਜੀਓ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਸ਼ਹਿਨਸ਼ਾਹ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਗੋਦ ਦਾ ਨਿਗਮਾਨ ਰਹੇ। ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵਡਭਾਗੇ ਹੋ। ਮਾਲਕ ਦੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ। ਪਾਵਨ ਅਸਥਾਨ ਧੰਨ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇਹ ਪਾਵਨ ਪਵਿੱਤਰ ਅਸਥਾਨ ਬੰਗਲਾ ਸਾਹਿਬ ਗੁਰਦੁਆਰਾ ਸਾਹਿਬ। ਇਸ ਪਾਵਨ ਸਥਾਨ 'ਤੇ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋਇਆ ਹੈ। ਬੜੇ ਵੱਡੇ ਭਾਗ ਹਨ। ਗੁਰਦੇਵ ਦੀ ਸੋਭਤ ਸੰਗਤ ਨਸੀਬ ਹੋਈ ਹੈ। ਗੁਰਚਰਨਾਂ ਵਿੱਚ ਜੁੜ ਮਿਲ ਬੈਠ ਕੇ ਮਾਲਕ ਦਾ ਜਸ ਗਾਵਿਆ ਜਾ ਰਿਹਾ ਹੈ। ਆਪਾਂ ਸੁਣ ਰਹੇ ਹਾਂ, ਉਹਦੀ ਵਡਿਆਈ ਵਿੱਚ ਜੁੜੇ ਹਾਂ। ਮਾਲਕ ਦੀ ਮਹਾਨ ਕਿਰਪਾ ਅਪਰਪਾਰ ਬਖਸ਼ਿਸ਼ ਹੈ। ਸਾਧ ਸੰਗਤ ਜੀ, ਮਨੋਵਰਤੀਆਂ ਇਕਾਗਰ ਕਰੀਏ। ਗੁਰਚਰਨਾਂ ਵਿੱਚ ਸਭਨਾਂ ਦੀ ਹਾਜ਼ਰੀ ਬਣ ਆਏ। ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਤਿਗੁਰੂ ਜੀ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਫਤਿਹ ਸਭਨੀ ਸੰਗਤਾਂ ਸਾਂਝ ਪਾਓ, ਪਿਆਰ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਰੰਬਾਰ ਗੁਰਦਰਬਾਰਾਂ ਵਿੱਚ ਹਾਜ਼ਰੀਆਂ ਭਰਦੇ ਹਾਂ ਅਤੇ ਜਦੋਂ ਗੁਰਦੇਵ ਦੀ ਸੋਭਤ ਵਿੱਚ ਬੈਠੇ ਹੁੰਦੇ ਹਾਂ, ਬਾਰੰਬਾਰ ਸਟੇਜਾਂ ਤੋਂ ਬਾਰੰਬਾਰ ਇਹ ਹਦਾਇਤ ਕੀਤੀ ਜਾਂਦੀ ਹੈ ਅਤੇ ਇਹ ਆਖਿਆ ਜਾਂਦਾ, ਜਿਵੇਂ ਹੁਣੇ ਆਪ ਜੀ ਨੇ ਸੁਣਿਆ, ਪਹਿਲੋਂ ਗੁਰੂ ਸਵਾਰੀ ਢਾਡੀ ਸਿੰਘ ਆਪ ਜੀਆਂ ਨੂੰ ਗੁਰ ਇਤਿਹਾਸ ਹਵਾਲਿਆਂ ਰਾਹੀਂ ਵਿਰਸੇ ਤੋਂ ਜਾਣੂ ਕਰਾ ਰਹੇ ਸਨ। ਅਤੇ ਬਾਰ-ਬਾਰ ਇੱਕ ਗੱਲ ਆਖੀ ਜਾਂਦੀ ਹੈ, ਸਾਧ ਸੰਗਤ ਜੀ ਵਡਭਾਗੇ ਹੋ। ਇਹ ਗੱਲ ਕੋਈ ਅਜਾਈ ਨਹੀਂ ਹੈ, ਹਵਾਈ ਗੱਲ ਨਹੀਂ ਹੈ। ਦਰਅਸਲ ਇਹ ਬਾਰ-ਬਾਰ ਤਾਂ ਆਖਿਆ ਜਾਂਦਾ ਵੀ ਜੋ ਆਪਾਂ ਬੈਠੇ ਹਾਂ, ਜੋ ਇਹ ਸਬਬ ਬਣ ਗਿਆ ਹੈ, ਇਹ ਕੋਈ ਐਵੇਂ ਹੀ ਨਹੀਂ ਹੈ। ਇਸ ਸਮੇਂ ਦੀ ਕਦਰੋ ਕੀਮਤ ਸਾਨੂੰ ਆ ਜਾਏ, ਮਾਲਕ ਦੇ ਸ਼ੁਕਰਗੁਜ਼ਾਰ ਹੋ ਸਕੀਏ। ਸਮਾਂ ਵੀ ਮਿਲ ਗਿਆ, ਸਬਬ ਬਣ ਗਿਆ, ਸਮਾਂ ਕੱਢ ਕੇ ਪਹੁੰਚ ਵੀ ਗਏ ਹਾਂ ਅਤੇ ਭਲਾ ਕਿਉਂ ਆਏ ਹਾਂ। ਗੁਰਦਰਬਾਰ ਵਿੱਚ ਇਕੱਤਰ ਹੋਣਾ, ਗੁਰੂ ਦੇ ਸਨਮੁਖ ਆਪਣਾ ਦੁੱਖ ਸੁੱਖ, ਆਪਣੇ ਹਿਰਦੇ ਦੀ ਵੇਦਨਾ ਰੱਖੀ ਹੈ, ਅਰਦਾਸਾਂ ਰਜ਼ੋਈਆਂ ਕੀਤੀਆਂ ਨੇ, ਬਹਿ ਗਏ ਬੈਠੇ ਹਾਂ ਅਤੇ ਗੁਰੂ ਨੇ ਕਦੇ ਖਾਲੀ ਥੋੜ੍ਹਾ ਮੋੜਿਆ। ਸਾਹਿਬ ਨੇ ਕੁਝ ਨਾ ਕੁਝ ਦਿੱਤਾ, ਵੰਡੀ ਜਾ ਰਹੇ ਨੇ ਔਰ ਦਾਤਾਂ ਆਪਾਂ ਲਈ ਜਾ ਰਹੇ। ਪਰ ਵੱਡੇ ਭਾਗਾਂ ਵਾਲੇ ਉਹ ਨੇ ਵੀ ਆਏ, ਝੋਲੀਆਂ ਅੱਡੀਆਂ, ਜੋ ਗੁਰੂਦੇਵ ਨੇ ਪਾਇਆ ਅਤੇ ਝੋਲੀ ਵਿੱਚ ਪਾ ਕੇ ਅਤੇ ਲੈ ਗਏ। ਪਦਾਰਥ ਮਿਲਿਆ, ਗੁਰੂ ਕੋਲੋਂ ਗਿਆਨ ਮਿਲਿਆ, ਗੁਰੂ ਕੋਲੋਂ ਸ਼ਬਦ ਮਿਲਿਆ, ਉਹਨਾਂ ਧਾਰਨ ਕਰ ਲਿਆ।
ਕਈਆਂ ਸੁਣਿਆ ਕੰਨ ਰਸ ਕਤਰ ਕੀਤਾ, ਸੁਣਿਆ ਤੇ ਜਾਣ ਲੱਗਿਆਂ ਜਿਸ ਤਰੀਕੇ ਨਾਲ ਜਿਵੇਂ ਦੇ ਆਏ ਸਾਂ ਤੇ ਉਵੇਂ ਦੇ ਮੁੜ ਤੁਰੇ ਨੇ। ਇਤਿਹਾਸਕ ਹਵਾਲਿਆਂ ਵਿੱਚ ਭਾਈ ਬੋਤਾ ਸਿੰਘ ਗਰਜਾ ਸਿੰਘ ਦਾ ਪ੍ਰਸੰਗ ਆਪ ਜੀਆਂ ਨੇ ਬੜੇ ਵਜ਼ਬ ਵਿੱਚ ਭਾਈ ਸਾਹਿਬ ਨੇ ਸੁਣਾਇਆ ਤੇ ਤੁਸੀਂ ਬੜੀ ਏਕਤਾ ਗਾਗਰਤਾ ਨਾਲ ਸੁਣਿਆ। ਮਨ ਦੀ ਪਾਕੀਜ਼ਗੀ ਵਾਸਤੇ ਆਏ ਹਾਂ, ਹਿਰਦਾ ਪਵਿੱਤਰ ਹੋ ਸਕੇ। ਗੁਰੂ ਦਾ ਸ਼ਬਦ ਸੁਣੀਦਾ, ਪੜ੍ਹੀਦਾ, ਵਿਚਾਰੀਦਾ, ਬਾਰ ਬਾਰ ਆਉਂਦੇ ਹਾਂ ਅਤੇ ਸਤਿਗੁਰੂ ਬਾਰ ਬਾਰ ਸਾਡੇ ਜੀਵਨ ਦੀ ਘਾੜਤ ਕੱਢਦੇ ਨੇ, ਸਮਝਾਉਂਦੇ ਹਨ। ਉਹ ਸਾਰਾ ਕੁਝ ਸਮਝਿਆ ਸਮਝਾਇਆ ਕਿਸੇ ਤੇ ਥਾਂ ਪਏਗਾ ਕਿ ਨਹੀਂ। ਸਾਧ ਸੰਗਤ ਕੇਵਲ ਇੱਕ ਛਿਣ ਵਾਸਤੇ ਮੈਂ ਇੱਕ ਬੇਨਤੀ ਕਰਕੇ ਤੇ ਅਗਾਂਹ ਤੁਰਾਂ। ਇੱਕ ਉਹ ਵੀ ਸਮਾਂ ਸੀ 18ਵੀਂ ਸਦੀ ਦਾ ਜੋ ਤੁਸਾਂ ਸਰਵਣ ਕੀਤਾ। ਸਿੱਖਾਂ ਨੇ ਪੂਰੀ ਵਾਹ ਲਾ ਦਿੱਤੀ, ਧਰਮ ਨਹੀਂ ਤਿਆਗਿਆ, ਕੁਰਬਾਨੀਆਂ ਦੇ ਢੇਰ ਲਾ ਦਿੱਤੇ। ਔਰ ਇੱਥੇ ਬਸ ਨਹੀਂ ਹੋਈ, ਆਖਿਰ ਨੂੰ ਤੁਰਦਿਆਂ ਤੁਰਦਿਆਂ ਹੌਲੀ ਹੌਲੀ ਜਥੇਬੰਦੀਆਂ ਬਣ ਗਈਆਂ, ਜਿਨ੍ਹਾਂ ਨੂੰ ਅਸੀਂ ਮਿਸਲਾਂ ਦੇ ਰੂਪ ਵਿੱਚ ਜਾਣਦੇ ਹਾਂ। ਉਹਨਾਂ ਦਾ ਆਪਸ ਵਿੱਚ ਵੀ ਟਕਰਾਵ ਰਿਹਾ ਕਰਦਾ ਸੀ। ਆਲੂਵਾਲੀਆ ਮਿਸਲ, ਰਾਮਗੜੀਆ ਮਿਸਲ, ਕਨ੍ਹਈਆ ਮਿਸਲ। ਚੋਟੀ ਦੇ ਸਰਦਾਰ ਸਨ ਤੇ ਆਪਸ ਵਿੱਚ ਵੀ ਕਈ ਵਾਰ ਟਕਰਾਅ ਹੋ ਜਾਣਾ, ਪਰ ਉਹਨਾਂ ਨੇ ਕਦੇ ਬਾਹਰੋਂ ਵੈਰੀ ਨਾਲ ਹੱਥ ਨਹੀਂ ਸੀ ਮਿਲਾਇਆ। ਜਥੇਬੰਦੀਆਂ ਪੰਥਕ ਧਿਰਾਂ ਤੇ ਅੱਜ ਵੀ ਤੁਹਾਡੇ ਕੋਲ ਮੌਜੂਦ ਨੇ, ਪੰਥਕ ਧਿਰਾਂ ਮੌਜੂਦ ਨੇ ਨਾ ਸਾਡੇ ਕੋਲ, ਟਕਸਾਲਾਂ ਨੇ, ਸੰਪਰਦਾਇਆਂ ਹਨ, ਹੋਰ ਕਈ ਐਸੇ ਅਦਾਰੇ ਨੇ ਜਿਹੜੇ ਕਿ ਧਾਰਮਿਕ ਪ੍ਰਚਾਰ ਪ੍ਰਸਾਰ ਵਾਸਤੇ ਪੂਰਾ ਅੱਡੀ ਚੋਟੀ ਦਾ ਜ਼ੋਰ ਲਾਈ ਬੈਠੇ ਨੇ, ਪੂਰੀ ਵਾਹ ਲਾ ਦਿੱਤੀ ਲੋਕਾਂ ਆਪਣੀ। ਕੇਵਲ ਇਸੇ ਵਾਸਤੇ ਇਹ ਸਾਰਾ ਕੁਝ ਯਤਨ ਕੀਤਾ ਗਿਆ ਵੀ ਕਿਸੇ ਢੰਗ ਨਾਲ ਅਸੀਂ ਅਗਵਾਈ ਸਹੀ ਸੁਚੱਜੇ ਢੰਗ ਨਾਲ ਕਰ ਸਕੀਏ। ਪਰ ਉਹ ਇਹ ਫਰਕ ਰਹਿ ਗਿਆ ਕਿ ਉਹ ਸਾਰੀਆਂ ਦੀਆਂ ਸਾਰੀਆਂ 12 ਮਿਸਲਾਂ ਦੀਆਂ 12 ਮਿਸਲਾਂ ਕਈ ਵਾਰ ਇਕੱਤਰ ਹੋ ਜਾਂਦੀਆਂ ਸਨ, ਗੁਰਮਤਾ ਕਰ ਲਿਆ ਕਰਦੇ ਸਨ ਤੇ ਉਹ ਅੱਗੇ ਦੀ ਕੋਈ ਅਗਵਾਈ ਲੱਭ ਲਿਆ ਕਰਦੇ ਸਨ। ਹੁਣ ਵੀ ਬੜੇ ਨੇ, ਪਰ ਇੰਨੇ ਸਭ ਕਾਹੇ ਵਿੱਚੋਂ ਕੋਈ ਐਸਾ ਨਹੀਂ ਮਿਲ ਰਿਹਾ ਵੀ ਇੱਕ ਦੂਜੇ ਨਾਲ ਬੈਠ ਕੇ ਕੋਈ ਮਤਾ ਪਕਾ ਸਕੀਏ ਤੇ ਕੋਈ ਅੱਗੇ ਦੀ ਅਗਵਾਈ ਇਸ ਸਭ ਵਿੱਚੋਂ ਲੱਭ ਸਕੀਏ। ਖੈਰ, ਕਿਉਂਕਿ ਆਪਾਂ ਗੁਰਮਤਿ ਵਿਚਾਰ ਵਾਸਤੇ ਇਕੱਤਰ ਹੋਏ ਹਾਂ, ਬੈਠੇ ਹਾਂ, ਸਮਾਂ ਹੈ, ਆਓ ਗੁਰਚਰਨਾਂ ਵਿੱਚ ਸੀਸ ਨਿਵਾਈਏ। ਸ੍ਰੀ ਹਜ਼ੂਰ ਪਾਤਸ਼ਾਹ ਜੀ ਦਇਆ ਰਹਿਮਤ ਵਰਤਾਉਣ। ਸਾਧ ਸੰਗਤ ਜੀ, ਧਰਮ ਸਿੱਖਣ ਵਾਸਤੇ ਆਉਂਦੇ। ਇੱਥੇ ਜੋ ਆਪਾਂ ਆਏ ਹਾਂ ਸਵੈ ਪੜਚੋਲ ਵਾਸਤੇ ਆਏ। ਇੱਥੇ ਆਪਣੇ ਆਪੇ ਨੂੰ ਹੀ ਚੀਨਣਾ ਪਏਗਾ, ਮੈਂ ਕੀ ਹਾਂ ਤੇ ਕਿਵੇਂ ਹੋ ਸਕਦਾ। ਇਸ ਤੋਂ ਵੀ ਹੋਰ ਸੁਚੱਜਾ ਤੇ ਸਿਆਣਾ ਹੋਇਆ ਜਾ ਸਕਦਾ, ਤੇ ਹੋਇਆ ਜਾ ਸਕਦਾ ਕੇਵਲ ਗੁਰੂ ਦੇ ਸ਼ਬਦ, ਗੁਰੂ ਦੇ ਗਿਆਨ, ਗੁਰੂ ਦੀ ਅਗਵਾਈ ਵਿੱਚ ਚਲਿਆ। ਮਾਲਕ ਨੇ, ਪਰਮੇਸ਼ਰ ਨੇ, ਅਕਾਲ ਪੁਰਖ ਨੇ ਇਹ ਸਾਰੀ ਸਿਰਜਣਾ ਕਰ ਦਿੱਤੀ। ਸਾਰੇ ਦੀ ਸਾਰੀ ਧਰਤੀ, ਸਾਰਾ ਬ੍ਰਹਿਮੰਡ ਰਚ ਦਿੱਤਾ ਤੇ ਜਿਉਂ ਰਚਿਆ ਗਿਆ ਉਸ ਰਚਨਾ ਨੂੰ ਜਦੋਂ ਬਿਆਨ ਕੀਤਾ ਜਾਂਦਾ ਹੈ, ਜਦੋਂ ਗੁਰਦੇਵ ਉਸ ਨੂੰ ਬਿਆਨ ਕਰਦੇ ਨੇ ਗੁਰੂ ਦੇ ਗਿਆਨ ਰਾਹੀਂ, ਜਦੋਂ ਗੁਰੂ ਦਾ ਅਨੁਭਵ, ਸਤਿਪੁਰਖਾਂ ਦਾ ਜੋ ਅਨੁਭਵ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਬਾਣੀ, ਜਦੋਂ ਤੁਸੀਂ ਪੜ੍ਹਦੇ ਹੋ ਤੇ ਸਾਹਮਣੇ ਇਹ ਗੱਲ ਬਾਰ-ਬਾਰ ਨਜ਼ਰ ਆਉਂਦੀ ਹੈ। ਮੂਲ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਜਪਜੀ ਸਾਹਿਬ ਵਿੱਚੋਂ ਮਹਾਰਾਜ ਜੀ ਨੇ ਕਿਹਾ, ਨਾਨਕ ਉੱਤਮ ਨੀਚ ਨਾ ਕੋਏ। ਕਮਾਲ ਹੋ ਗਈ, ਕੋਈ ਉੱਤਮ ਨਹੀਂ, ਕੋਈ ਨੀਵਾਂ ਨਹੀਂ। ਉਸਨੇ ਸਿਰਜਣਾ ਕਰ ਦਿੱਤੀ, ਇੱਕ ਸਾਰ ਸਿਰਜਣਾ ਕਰ ਦਿੱਤੀ। ਭਗਤ ਨਾਮਦੇਵ ਸਾਹਿਬ ਜੀ ਨੂੰ ਕਹਿਣਾ ਹੀ ਪਿਆ, ਪਹਿਲ ਪੁਰੀਏ ਪੁੰਡਰਕ ਵੰਨਾ, ਤਾਂਚੇ ਹੰਸਾ ਸਗਲੇ ਜਨਾ, ਕ੍ਰਿਸ਼ਨਾ ਤੇ ਜਾਨੋ ਹਰ ਹਰ, ਨਾਚੰਤੀ ਨਾਚਨਾ। ਮਹਾਰਾਜ ਜੀ ਨੇ ਕਿਹਾ ਪਹਿਲੋਂ ਪਹਿਲ ਜੋ ਜਗਤ ਬਣਿਆ ਉਹ ਇਉਂ ਹੀ ਬਣਿਆ ਜਿਵੇਂ ਕਿ ਚਿੱਟੇ ਕੌਲ ਫੁੱਲਾਂ ਦਾ ਖੇਤ ਹੋਵੇ, ਬੜਾ ਪਵਿੱਤਰ। ਸਾਰੇ ਜਿੰਨੇ ਜਨ ਬਣੇ ਨੇ ਹੰਸਾਂ ਦੀ ਨਿਆਏ ਪਵਿੱਤਰ ਨੇ। ਇਹ ਮਰਿਆਦਾ ਕੇਵਲ ਉਸ ਵਕਤ ਕੰਮ ਨਹੀਂ ਸੀ ਕਰ ਰਹੀ, ਇਹ ਮਰਿਆਦਾ ਅੱਜ ਵੀ ਉਸੇ ਤਰ੍ਹਾਂ ਇੰਨ ਬਿੰਨ ਕੰਮ ਕਰ ਰਹੀ ਹੈ। ਬੱਚੇ ਦਾ ਜਨਮ ਹੋਇਆ, ਨਾ ਉਹ ਹਿੰਦੂ ਹੈ ਨਾ ਉਹ ਮੁਸਲਮਾਨ ਹੈ, ਉਹ ਇੱਕ ਮਨੁੱਖ ਹੈ, ਉਹ ਕੁਝ ਵੀ ਨਹੀਂ ਹੈ। ਨਾ ਉਸ ਕੋਲ ਛਲ ਹੈ, ਨਾ ਉਸ ਕੋਲ ਕਿਸੇ ਕਿਸਮ ਦੀ ਕਪਟ ਹੈ, ਉਹ ਨਿਰਾ ਹੰਸ ਹੀ ਹੈ। ਭਗਤ ਨਾਮਦੇਵ ਸਾਹਿਬ ਨੇ ਕਿਹਾ, ਤਾਂਚੇ ਹੰਸਾ ਸਗਲੇ ਜਨ, ਸਾਰੇ ਜਨ ਹੰਸਾਂ ਦੀ ਨਿਆਏ ਬਿਲਕੁਲ ਪਵਿੱਤਰ ਨੇ।
कोई झूठ नहीं, कोई फरेब नहीं, कोई चलाकियां नहीं, कोई जालसाजी उन्हां दे विच नहीं, कोई किसी तरह का तमा नहीं है, कोई लोभ नहीं है, कोई हंकार की बिरती नहीं है। इन्ना पवित्र जीवन। फिर महाराज ये सारा कुछ नानक उत्तम नीच ना कोई धरती बनाई तो धरती बना दी। कोई धरती का हिस्सा ना उत्तम है ना कोई नीच है। जदों बनावट की गल आएगी बना दी है। हवा है और हवा ही नहीं, पानी है, ना उत्तम है ना नीच है, पानी सिर्फ पानी है। हुण जद इस तरह की बनावट है, पर महाराज जी बाणी विच जदों तुसी बोध जदों अभ्यास करोगे, असी पढ़ने आ, तो महाराज जी ने फिर अगाह चल के कहा, श्री हजूर गुरुदेव नूं कहना पिया, उत्तम से दर उत्तम कही है, नीच करम बह रोए। दो हो गए, मसला खड़ा हो गया। उत्तम है, एक नीच है। हुण इसदा विचार कौन करेगा भी उत्तम कौन है, नीच कौन है। धरती ते धरती सी, पर धरती दे उत्ते एक थां ते किसी ने गंद दा कूड़े दा ढेर ला दिता, कूड़ा ही कूड़ा सट दिता। उन्हें हवा विच बदबू या खुशबू थोड़ा खिला रही सी, पर हो गई। हुण जो कोई उत्थों लंघदा है तो उसनूं मूँह ते कपड़ा रखना पै जाता, मूँह ते हथ रख लिया। वो लख चाहे उसनूं लम्मा पैंडा तय भी करना पए तां भी वो यतन करदा भी किसी होर राह मैं तुर के आ जावां ते सफ़र तय कर सकां, पर इस राह दी मैं नहीं लंघना, क्योंकि मसला खड़ा हो गया। उत्तम ते नीच, गंदगी दा ढेर ही किसी ने ला दिता है। गल इत्थे मुकी नहीं, किसी उत्तम बिरती वाले ने सोहणे सोहणे फुल्लां दी बगीची ला दिती, बड़ी खुशबू खिलार रहे ने, फलदार रुख लगे ने, किते बागान लगे हैं, बगीचे लगे ने। बंदा लख जतन करता है, दूर होवे तां भी जतन करता भी कुछ छिण मैं उस बगीची विच एक गेड़ा लाई आवां, सैर कर आवां थोड़ी। मसला ये खड़ा हो गया, उत्तम भी हो गए ने, नीच भी हो गए ने। हुण जदों इस दी परख करन दी लोड़ आएगी, परख करनी पेगी बई उत्तम है नीच भी है, तो समाधान किमें होएगा, इहदा निर्णय भला कौन करेगा। हुण इत्थे आण के एक जडूसरी की लोड़ पै गई, एक अदालत की लोड़ पै जाएगी भी कोई तो निर्णय करेगा ना भी कौन उत्तम है कौन नीच है। फिर महाराज नूं कहना पिया, नानक उत्तम नीच ना कोई। साहिब ने कहा, राती रुत्ती थित्ती वार तिस विच धरती थाप रखी धर्मसाल। लो धर्मसाल भाव धर्म नूं फिर थापिया गया, तो थापिया इसे कारण गया भी धर्म न्याय कर सके उत्तम की है नीच की है। तिस विच धरती थाप रखी धर्मसाल। तो धर्म ने भला किस आधार पर इस फैसले करने ने, फैसले होने हैं करमी करमी होए विचार, सच्चा आप सच्चा दरबार। कर्मां दे उत्ते सारा फैसला होएगा। कर्म अनेका तरह के कर्म लोग करी जा रहे हैं, कोई कुछ कर्म कर रहा है, कोई किमें कर्म कर रहा है। कर्मां की कोई हद बन्नी थोड़ो है, करी जा रहे हैं लोग। कर्मां का फैसला होएगा। ताइयों महाराज नूं ये भी कहना पिया भी कर्मी आपू आपनी के नेड़े के दूर। कर्मी कर्मी होए विचार, कर्मां दी विचार होएगी तो विचार कौन करेगा भला, धर्म करेगा। जपजी साहिब विच इस तरह ये 5 पड़ा तुहाडे सामने रखे गए। रोज़ ही आप इस बाणी का अध्ययन करते हैं, रोज़ पढ़ते हैं, नहीं पढ़ते तो सुन लैने हैं। भाव साडे जीवन का खास हिस्सा है, साडी सबना दी खास सांझ है जपजी साहिब की पावन बाणी नाल। यात्रा कोई आरंभ होवे, कोई ना कोई थां टिकाणा हुंदा है जिथों तुसी आरंभ करदे हो ते चलदे हो। कोई ना कोई टिकाणा हुंदा है जिन्हों मंजिल कहा जाता है, जिथे तुसी पहुँचना है। तो यात्रा की सहूलत वास्ते मनुख ने कुछ निशानदेहियां कर लईआं, जिन्हों असी मील पत्थर कहने। मील पत्थर राह उत्ते निशानियां ला लईआं गईआं, किस राह जाना है, किन्नी दूर ते किहड़ा शहर पेगा। तुसी इत्थों दरबार साहब जाना होवे
ਜਦੋਂ ਜਾਣਾ ਹਜੇ ਇਹ ਚਿਤਵਿਆ ਹੀ ਹੈ ਤੇ ਤੁਹਾਡੇ ਅੰਦਰ ਇੱਕ ਵਿਰਤੀ ਕੰਮ ਕਰਨ ਲੱਗ ਪੈਂਦੀ ਹੈ, ਕਿਹੜੇ ਰਾਹ ਜਾਵਾਂਗੇ। ਤੇ ਕੋਈ ਉਸ ਰਸਤੇ ਨੂੰ ਨਿਹਾਰਦਾ ਰਵੇ ਵੀ ਰਾਹ ਵਿੱਚ ਆ ਚੀਜ਼ਾਂ ਪੈਣਗੀਆਂ, ਆ ਸ਼ਹਿਰ ਪੈਣਗੇ, ਇੰਨੀ ਦੂਰ ਹੈ, ਇੰਨਾ ਮੀਲ ਪੱਥਰ ਇਹ ਹੈ, ਅੱਗੇ ਚੱਲ ਕੇ ਇੰਨਾ ਰਹਿ ਜਾਏਗਾ। ਐਵੇਂ ਕਰਕੇ ਆਪਾਂ ਦਰਬਾਰ ਸਾਹਿਬ ਪਹੁੰਚ ਜਾਣਾ। ਪਰ ਇਹ ਪਹੁੰਚਣ ਵਾਸਤੇ ਤੁਹਾਨੂੰ ਚੱਲਣਾ ਪਏਗਾ, ਤੁਰਨਾ ਪਏਗਾ। ਖੈਰ, ਕਿਉਂਕਿ ਧਰਮ ਦਾ ਜ਼ਿਕਰ ਹੋ ਰਿਹਾ, ਧਰਮ ਹੀ ਸਿੱਖਣ ਵਾਸਤੇ ਸਾਰੇ ਆਏ ਆ। ਔਰ ਧਰਮ ਮਹਾਰਾਜ ਸੱਚੇ ਪਾਤਸ਼ਾਹ ਗੁਰਦੇਵ ਨੇ ਜ਼ਿਕਰ ਕੀਤਾ। ਮਹਾਰਾਜ ਨੇ ਕਿਹਾ ਕੋਈ ਲੜਾਈ ਥੋੜ੍ਹੋ, ਧਰਮ ਦੀ ਕੋਈ ਲੜਾਈ ਥੋੜ੍ਹੋ ਹੈ। ਸਾਰੇ ਹੀ ਇਹ ਆਖਦੇ ਨੇ ਵੀ ਸੱਚ ਬੋਲਣਾ ਚਾਹੀਦਾ, ਧਰਮ ਦਾ ਕਰਮ ਹੈ। ਸਾਰੇ ਨਿਮਰਤਾ ਨੂੰ ਤਵੱਜੋ ਦਿੰਦੇ ਨੇ। ਹਰ ਇੱਕ ਮਜ਼ਹਬ ਵਿੱਚ ਇਹਨਾਂ ਸਾਰੇ ਚੰਗੇ ਗੁਣਾਂ ਨੂੰ ਅਪਣਾਇਆ ਗਿਆ, ਪਰ ਫਿਰ ਲੜਾਈ ਰੌਲਾ ਕਾਹਦਾ ਰਹਿ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਦੋਂ ਉੱਤਮ ਔਰ ਨੀਚ ਦਾ ਮਸਲਾ ਖੜਾ ਹੋ ਗਿਆ, ਲੋੜ ਪੈ ਗਈ ਧਰਮ ਦੀ। ਹੁਣ ਧਰਮ ਚਾਹੀਦਾ। ਧਰਮ ਨਿਆਂ ਕਰੇਗਾ ਕੌਣ ਉੱਤਮ ਹੈ, ਕੌਣ ਨੀਵਾਂ ਹੈ, ਕੌਣ ਭਲਾ ਹੈ, ਕੌਣ ਬੁਰਾ ਹੈ। ਹੁਣ ਧਰਮ ਦੀ ਲੋੜ ਪਈ ਤੇ ਧਰਮ ਨੂੰ ਜਦੋਂ ਪੜ੍ਹਿਆ ਗਿਆ, ਜਦੋਂ ਧਰਮ ਨੂੰ ਵਿਚਾਰਿਆ ਗਿਆ, ਤੇ ਚਰਚਾ ਦਾ ਵਿਸ਼ਾ ਬਣਿਆ। ਉਸ ਵਕਤ ਵਿੱਚ ਸਾਰਾ ਕੁਝ ਨਿਰਣਾ ਇਸ ਤਰ੍ਹਾਂ, ਇਹ ਮੀਲ ਪੱਥਰ ਹੀ ਸਨ। ਪਹਿਲੀ ਜਿਹੜੀ ਯਾਤਰਾ, ਪਹਿਲਾ ਪੜਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜਪਜੀ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਦੇ ਰਹੇ ਨੇ, ਉਹ ਹੈ ਧਰਮ ਖੰਡ ਹੈ। ਧਰਮ ਸਾਨੂੰ ਸਿਖਾਲਦਾ ਹੈ ਮਰਿਆਦਾ। ਬੋਲਣਾ ਤੇ ਸਾਰਿਆਂ ਨੂੰ ਹੀ ਆਉਂਦਾ, ਸਾਰੇ ਬੋਲਣਾ ਜਾਣਦੇ ਨੇ, ਪਰ ਕੋਈ ਮਰਿਆਦਾ ਵਿੱਚ ਬੋਲਣਾ ਜਾਣਦਾ ਹੋਵੇ, ਕੋਈ ਮਰਿਆਦਾ ਵਿੱਚ ਚੱਲਣਾ ਜਾਣਦਾ ਹੋਵੇ। ਧਰਮ ਸਾਡੇ ਜੀਵਨ ਦੀ ਮਰਿਆਦਾ ਕਾਇਮ ਕਰਦਾ। ਰਾਜ ਮਿਸਤਰੀ ਘਰ ਵਿੱਚ ਆਇਆ, ਉਹਦੇ ਕੋਲ ਇੱਕ ਸੂਤ ਹੈ ਤੇ ਇੱਕ ਉਹਦੇ ਕੋਲ ਹੋਰ ਉਸ ਦਾ ਜੰਤਰ, ਜਿਸ ਨਾਲ ਉਹਨੇ ਤੁਹਾਡਾ ਮਹਿਲ ਉਸਾਰਨਾ। ਉਹ ਆਪਣੇ ਕੁਝ ਔਜ਼ਾਰ ਨਾਲ ਲੈ ਕੇ ਆਇਆ। ਮਟੀਰੀਅਲ ਸਾਰੇ ਦਾ ਸਾਰਾ ਤੁਸੀਂ ਉਹਨੂੰ ਲਿਆ ਕੇ ਦਿੱਤਾ। ਸਾਰਾ ਮਟੀਰੀਅਲ ਜੋ ਉਹਨੂੰ ਚਾਹੀਦਾ ਸੀ ਉਹਨੇ ਤੁਹਾਨੂੰ ਕਿਹਾ ਤੇ ਤੁਸੀਂ ਲਿਆ ਕੇ ਦੇ ਦਿੱਤਾ, ਸੌਂਪ ਦਿੱਤਾ। ਉਹਨੇ ਸਾਰੀਆਂ ਇੱਟਾਂ ਦੇ ਢੇਰ ਨੂੰ ਕਿਸੇ ਖਾਸ ਤਰਤੀਬ ਵਿੱਚ ਖੜਿਆ ਕੀਤਾ। ਸੂਤ ਲਾਇਆ, ਜਿਹੜੀ ਇੱਟ ਬਾਹਰ ਸੀ ਠੋਕਰ ਮਾਰੀ, ਅੰਦਰ ਕਰ ਦਿੱਤੀ। ਜਿਹੜੀ ਅੰਦਰ ਸੀ ਉਸਨੇ ਕੁਝ ਵਿੱਚ ਲਾਇਆ ਤੇ ਉਸਨੂੰ ਕਿਸੇ ਖਾਸ ਤਰਤੀਬ ਵਿੱਚ ਕਰ ਦਿੱਤਾ। ਕੇਵਲ ਉਸਨੇ ਤਰਤੀਬ ਦਿੱਤੀ। ਗੁਰੂ ਕੋਲ ਆਉਂਦੇ ਆ, ਗੁਰੂ ਨੇ ਸਾਡੇ ਜੀਵਨ ਦਾ ਮਹਿਲ ਉਸਾਰਨਾ, ਉਸਨੇ ਤਰਤੀਬ ਹੀ ਦੇਣੀ ਹੈ, ਤਰਤੀਬ ਹੀ ਲੈਣ। ਕਰਮ ਤੇ ਸਾਨੂੰ ਕਰਨੇ ਹੀ ਪੈਣਗੇ, ਪਰ ਕਰਮ ਗੁਰੂ ਦੀ ਅਗਵਾਈ ਵਿੱਚ ਚੱਲ ਕੇ ਕੀਤੇ ਜਾਣ, ਕਰਮ ਗੁਰੂ ਦੇ ਆਸੇ ਅਨੁਸਾਰ ਕੀਤੇ ਜਾਣ, ਕਰਮ ਗੁਰੂ ਦੇ ਕਹੇ ਮੁਤਾਬਿਕ ਕੀਤੇ ਜਾਣ। ਜਿਵੇਂ ਸਾਹਿਬ ਨੇ ਕਿਹਾ ਤਿਵੇਂ ਜੇ ਚੱਲਣਾ ਆ ਜਾਏ, ਇਹ ਮਹਿਲ ਜੀਵਨ ਦਾ ਸੁਚੱਜਾ ਉਸਰ ਸਕਦਾ ਹੈ। ਮਹਾਰਾਜ ਜੀ ਨੇ ਕਿਹਾ ਜਦੋਂ ਹੁਣ ਇਹ ਮਸਲਾ ਖੜਾ ਹੋ ਗਿਆ ਉੱਤਮ ਔਰ ਨੀਚਤਾ ਦਾ, ਧਰਮ ਦੀ ਲੋੜ ਪੈ ਗਈ। ਆਸਾ ਜੀ ਕੀ ਵਾਰ ਪਾਵਨ ਬਾਣੀ ਅਸੀਂ ਪੜ੍ਹਨੇ ਆ, ਉੱਥੇ ਵੀ ਮਹਾਰਾਜ ਨੂੰ ਕਹਿਣਾ ਹੈ ਕਿ ਨਾਨਕ ਜੀ ਉਪਾਇ ਕੈ ਲਿਖ ਨਾਵੈ ਧਰਮ ਬਹਾਲੇ। ਧਰਮ ਨੂੰ ਬਿਠਾਲ ਦਿੱਤਾ ਗਿਆ। ਕਿਉਂ ਮਹਾਰਾਜ ਜੀ? ਉੱਥੇ ਸੱਚੋ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਜ ਮਾਲਿਆ। ਕੀ ਹੋਏਗਾ? ਥਾਉ ਨਾ ਪਾਇਨ ਕੂੜਿਆਰ, ਮੋਹ ਕਾਲੇ ਦੋਚਕ ਚਾਲਿਆ। ਤੇਰੇ ਨਾਏ ਰਤੇ ਸੇ ਜਣ ਗਏ, ਹਾਰ ਗਏ ਸੇ ਠੱਗਣ ਵਾਲਿਆ। ਲਿਖ ਨਾਵੈ ਧਰਮ ਬਹਾਲੇ। ਇਸ ਲਈ ਧਰਮ ਦੀ ਲੋੜ ਪਈ। ਔਰ ਆਪਾਂ ਸਾਰੇ ਧਰਮ ਹੀ ਸਿੱਖਣ ਆਏ ਹਾਂ। ਹਕੀਕਤ ਇਹ ਵੇ ਮੇਰੇ ਜੀਵਨ ਵਿੱਚ ਜੋ ਕੁਝ ਪਿਆ ਹੈ, ਕਿਸੇ ਦੀ ਜ਼ਰੂਰਤ ਨਹੀਂ ਕੋਈ ਬਾਹਰੋਂ ਮੇਰੇ ਵਿੱਚ ਕੁਝ ਪਾ ਜਾਏ। ਇਹ ਸਾਰਾ ਕੁਝ ਆਪਾਂ ਆਪੇ ਹੀ ਆਪਣਾ ਇਕੱਤਰ ਕੀਤਾ ਹੋਇਆ ਹੈ। ਤੁਸੀਂ ਵੇਖਿਆ ਹੋਵੇਗਾ ਘਰ ਵਿੱਚ ਸਫਾਈ ਹੋ ਰਹੀ ਹੋਵੇ, ਕੋਈ ਗਵਾਂਢੀ ਘਰ ਦਾ ਕੂੜਾ ਹੂੰਝ ਕੇ ਤੇ ਤੁਹਾਡੇ ਦਰਵਾਜ਼ੇ ਅੱਗੇ ਕਰ ਜਾਏ, ਤੁਸੀਂ ਲੜਨ ਨੂੰ ਪੈਂਦੇ ਹੋ। ਪਰ ਹਕੀਕਤ ਇਹ ਹੋ ਹੀ ਜਾਂਦਾ ਹੈ, ਦੂਜਿਆਂ ਦੀਆਂ ਬੁਰਾਈਆਂ, ਦੂਜਿਆਂ ਦੀਆਂ ਹੋਰ ਅਵਗੁਣਾਂ ਨੂੰ ਸਾਰਿਆਂ ਨੂੰ ਸਾਂਭ ਆਪਣੇ ਹਿਰਦੇ ਵਿੱਚ ਰੱਖੀ ਬੈਠਾ ਹੈ। ਇਹ ਕਾਹਦੀ ਸਿਆਣਪ ਹੋਈ? ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਧਰਮ ਸਿੱਖਣ ਆਏ ਹਾਂ। ਗੁਰੂਦੇਵ ਸ੍ਰੀ ਹਜ਼ੂਰ ਪਾਤਸ਼ਾਹ ਕਹਿੰਦੇ ਨੇ ਹੁਣ ਧਰਮ ਦੀ ਲੋੜ ਸੀ, ਇਸ ਲਈ ਕਿਉਂਕਿ ਧਰਮ ਨੇ ਅੱਗੇ ਅਗਵਾਈ ਕਰਕੇ ਦੇਣੀ ਹੈ। ਧਰਮ ਨੇ ਇਹ ਸਮਝਾਉਣਾ ਹੈ ਉੱਤਮ ਕੀ ਹੈ, ਨੀਚ ਕੀ ਹੈ। ਤੇ ਧਰਮ ਜਿਸ ਕਸਵੱਟੀ ਤੇ ਕਰੇਗਾ, ਜਿਸ ਚੀਜ਼ ਨੂੰ ਵਿਚਾਰਿਆ ਜਾਏਗਾ, ਉਹ ਹੋਣਗੇ ਕਰਮ। ਇਸ ਲਈ ਕਰਮਾਂ ਲਈ ਸਾਵਧਾਨ ਹੋਣਾ ਪਏਗਾ।
पर धर्म जिस कसवटी ते उस नाल उन्हां सारिਆਂ ਨੂੰ परखेगा, परखण ਲਈ ਚਾਹੀਦਾ है ज्ञान। इस ਲਈ दूसरा जो पड़ाव है उस ਨੂੰ ਆਪਾਂ ਗਿਆਨ ਖੰਡ ਕਹਿੰਦੇ ਹਾਂ। ਬਾਣੀ ਵਿੱਚ ਮਹਾਰਾਜ ਨੇ ਕਿਹਾ, ਅਗਲੀ ਪੌੜੀ 'ਚ ਜ਼ਿਕਰ ਕਰਦੇ ਨੇ, ਗਿਆਨ ਖੰਡ ਧਰਮ ਖੰਡ ਕਾ ਇਹੋ ਧਰਮ। ਗੱਲ ਗਿਆਨ ਖੰਡ ਦੀ ਹੋਏਗੀ, ਆਰੰਭਤਾ ਧਰਮ ਤੋਂ ਹੀ ਹੋ ਰਹੀ ਹੈ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ। ਤੇ ਗਿਆਨ ਕਿਵੇਂ ਭਰਪੂਰ ਸਾਹਮਣੇ ਨਜ਼ਰ ਆ ਗਿਆ। ਕਰਮਾਂ ਦੀ ਗੱਲ ਹੋ ਰਹੀ ਹੈ ਤੇ ਮਹਾਰਾਜ ਜੀ ਨੇ ਕਿਹਾ, ਸਾਰੇ ਜੋ ਮੈਂ ਵੇਖਿਆ ਇਹ ਸਾਰੇ ਕਰਮ ਧਰਤੀ ਹੈ ਤੇ ਸਾਰੇ ਕਰਮ ਕਰੀ ਜਾ ਰਹੇ ਨੇ। ਹਰ ਕੋਈ ਮਨੁੱਖ ਕਰਮਸ਼ੀਲ ਹੈ, ਹਰ ਕੋਈ ਕਰਮ ਕਰ ਰਿਹਾ। ਇਸ ਕੁਦਰਤ ਦਾ, ਕਾਇਨਾਤ ਦਾ ਹਰ ਇੱਕ ਜ਼ਰਾ ਜ਼ਰਾ ਕੁਝ ਨਾ ਕੁਝ ਕਰਮਸ਼ੀਲ ਹੈ ਤੇ ਕਰਮ ਵਿੱਚ ਲੱਗਿਆ। ਹਰ ਕੋਈ ਆਪਣੇ ਆਪਣੇ ਕਰਮ ਕਰੀ ਜਾ ਰਿਹਾ। ਗਿਆਨ ਖੰਡ ਕਾ ਆਖੋ ਕਰਮ। ਕੀ ਵੇਖਿਆ? ਕੇਤਿਆਂ ਪਵਨ ਪਾਣੀ ਬਹਿ ਸੰਤਰ, ਕੇਤੇ ਕਾਨ ਮਹੇਸ਼। ਜਿਉਂ ਜਿਉਂ ਡਿੱਠਾ ਇੰਨਾ ਸਭ ਕੁਝ ਖਿਲਾਰਾ, ਇੰਨੇ ਲੋਕ ਕੰਮ ਕਰ ਰਹੇ ਨੇ। ਸੂਰਜ ਚੱਲ ਰਿਹਾ, ਦਰਿਆ ਵਗ ਰਹੇ ਨੇ, ਕਿਸੇ ਵਹਿਣ ਵਿੱਚ ਚੱਲ ਰਹੇ ਨੇ, ਉਹ ਹੁਣ ਚੱਲੀ ਜਾ ਰਹੇ ਨੇ, ਨਿਰੰਤਰ ਚੱਲ ਰਹੇ ਨੇ, ਹੁਕਮ ਵਿੱਚ ਚੱਲ ਰਹੇ ਨੇ ਸਾਰੇ। ਪਰ ਜਦੋਂ ਇਹ ਮਸਲਾ ਮੁਕਣ 'ਤੇ ਆਇਆ, ਜਦੋਂ ਧਰਮ ਔਰ ਗਿਆਨ ਇਕੱਤਰ ਹੋਏ, ਕਿਉਂਕਿ ਗਿਆਨ ਦੀ ਲੋੜ ਸੀ। ਜੇ ਗਿਆਨ ਹੀਣਗ ਹੋ ਗਿਆ ਔਰ ਨਿਰੇ ਕਰਮ ਕਰਦਾ ਰਿਹਾ, ਮਹਾਰਾਜ ਕਹਿੰਦੇ ਨੇ ਪ੍ਰਵਾਨ ਨਹੀਂ ਹੋਏਗਾ। ਗਿਆਨ ਹੀਣੰ ਅਗਿਆਨ ਪੂਜਾ, ਅੰਧ ਵਰਤਾਰਾ ਭਾਉ ਦੂਜਾ। ਮਹਾਰਾਜ ਨੇ ਕਿਹਾ ਗਿਆਨ ਹੈ ਨਹੀਂ, ਅਗਿਆਨਤਾ ਵਸ ਹੋ ਕੇ ਕਰਮ ਕਰੀ ਜਾ ਰਿਹਾ। ਤੇ ਕਈ ਐਸੇ ਕਰਮ ਕਰ ਰਿਹਾ ਜਿਨ੍ਹਾਂ ਨੂੰ ਧਰਮ ਸਮਝੀ ਜਾ ਰਿਹਾ, ਧਰਮ ਦੇ ਨਾਂ 'ਤੇ ਕਰਮ ਕਰੀ ਜਾ ਰਿਹਾ, ਪਰ ਧਰਮ ਤੋਂ ਬੇਖਬਰ ਹੈ, ਕਿਉਂਕਿ ਗਿਆਨ ਨਹੀਂ ਹੈ। ਇਸ ਲਈ ਗਿਆਨ ਦੀ ਲੋੜ ਪਈ ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿ ਰਹੇ ਨੇ, ਇਸੇ ਲਈ ਜਦੋਂ ਗਿਆਨ ਦੀ ਲੋੜ ਪਈ ਧਰਮ ਨੂੰ, ਤੇ ਮਹਾਰਾਜ ਨੂੰ ਕਹਿਣਾ ਪਿਆ, ਜਹਾਂ ਗਿਆਨ ਤਹਾਂ ਧਰਮ ਹੈ। ਧਰਮ ਔਰ ਗਿਆਨ ਦਾ ਬੜਾ ਗੂੜਾ ਸੰਬੰਧ ਹੈ। ਨਹੀਂ ਤੇ ਫਿਰ ਚੱਲੀ ਜਾ ਰਿਹਾ ਸੀ ਪੜ੍ਹ ਪੁਸਤਕ, ਸੰਧਿਆ ਬਾਦੰ, ਸਿਲ ਪੂਜਸ, ਬਗੁਲ ਸਮਾਦੰ, ਸਾਰੇ ਧਰਮ ਦੇ ਨਾਮ 'ਤੇ ਕਰੇ ਜਾ ਰਹੇ ਸਨ ਕਰਮ। ਪੁਸਤਕਾਂ, ਧਾਰਮਿਕ ਪਾਠ ਪਠਨ ਕੀਤਾ ਜਾ ਰਿਹਾ ਹੈ, ਸੰਧਿਆ ਬਾਦੰਗ ਹੋ ਰਹੀ ਹੈ, ਸਿਲ ਪੂਜਸ ਹੋ ਰਿਹਾ ਹੈ, ਪੱਥਰਾਂ ਦੀ ਪੂਜਾ ਹੋ ਰਹੀ ਹੈ, ਬਗੁਲ ਸਮਾਦੰਗ, ਸਮਾਧੀਆਂ ਵੀ ਲਾਈ ਬੈਠੇ ਨੇ। ਤੇ ਇਸ ਅਕੀਦੇ ਵਿੱਚ ਬੈਠੇ ਨੇ ਵੀ ਕਿਤੇ ਇਹੀ ਧਰਮ ਕਮਾ ਰਹੇ। ਮਹਾਰਾਜ ਜੀ ਨੇ ਕਿਹਾ, ਮੁਖ ਝੂਠ ਵਿਭੂਖਨ ਸਾਰੰਗ, ਤ੍ਰੈਪਾਲ ਤਿਹਾਲ ਵਿਚਾਰੰਗ, ਗਲ ਮਾਲਾ ਤਿਲਕ ਲਿਲਾਟੰ, ਦੋਏ ਧੋਤੀ ਬਸਤਰ ਕਪਾਟੰ। ਫੇਰ ਕਹਿਣਾ ਪਿਆ, ਜੇ ਜਾਨਸ ਬ੍ਰਹਮੰ ਕਰਮੰ, ਸਭ ਫੋਕਟ ਨਿਸ਼ਚੋ ਕਰਮੰ, ਕਹੋ ਨਾਨਕ ਨਿਸ਼ਚੋ ਧਿਆਵੈ, ਬਿਨ ਸਤਗੁਰ ਬਾਟ ਨਾ ਪਾਵੇ। ਗਿਆਨ ਦੀ ਤੇ ਲੋੜ ਪਏਗੀ। ਗਿਆਨ ਔਰ ਧਰਮ ਦਾ ਬੜਾ ਗੂੜਾ ਸੰਬੰਧ। ਐਵੇਂ ਥੋੜ੍ਹੇ ਇਹ ਸਾਰੀਆਂ 4 ਪੌੜੀਆਂ ਤੇ 5 ਪੜਾ ਗੁਰੂਦੇਵ ਨੇ ਇਕੱਠੇ ਕਰਕੇ ਤੇ ਤੁਹਾਡੇ ਸਾਹਮਣੇ ਰੱਖ ਦਿੱਤੇ ਨੇ, ਰੋਜ਼ ਪੜ੍ਹ ਜਾਂਦੇ। ਮਹਾਰਾਜ ਨੇ ਕਿਹਾ, ਧਰਮ ਨੇ ਨਿਆਂ ਕਰਨਾ ਤੇ ਧਰਮ ਨੂੰ ਲੋੜ ਹੈ ਗਿਆਨ ਦੀ। ਗਿਆਨ ਅੱਗੇ ਨਿਰਣਾ ਕਰੇਗਾ, ਗਿਆਨ ਅੱਗੇ ਸਹਾਇਤਾ ਕਰੇਗਾ। ਔਰ ਗਿਆਨ ਕਿੱਥੋਂ ਲੈਣਾ ਭਲਾ? ਮਹਾਰਾਜ ਜੀ ਨੇ ਕਿਹਾ, ਗਿਆਨ ਗੁਰੂ ਤੋਂ ਲੈਣ ਦੀ ਲੋੜ ਹੈ। ਆਪਾਂ ਜੋ ਇੱਥੇ ਆਏ ਹਾਂ, ਮੱਥਾ ਟੇਕਿਆ, ਸਿਜਦਾ ਕੀਤਾ, ਗੁਰੂ ਕੋਲੋਂ ਮੰਗ ਰੱਖੀ ਹੈ, ਮਹਾਰਾਜ ਨੇ ਝੋਲੀਆਂ ਵਿੱਚ ਸੌਗਾਤ ਪਾਈ, ਸ਼ਬਦ ਦਿੱਤਾ। ਤੁਸੀਂ ਆਪਣਾ ਬੱਚਾ ਕਦੇ ਸਕੂਲ ਪੜ੍ਹਨ ਪਾਇਆ? ਬੱਚੇ ਨੂੰ ਸਕੂਲ ਦੀ ਪੜ੍ਹਾਈ ਸਮਝ ਵਿੱਚ ਨਾ ਆ ਰਹੀ ਹੋਵੇ ਤੇ ਚਿੰਤਾ ਤੁਰ ਹੋ ਜਾਈਦਾ ਵੀ ਬੱਚੇ ਨੂੰ ਪੜ੍ਹਾਈ ਦਾ ਸਮਝ ਨਹੀਂ ਆ ਰਿਹਾ। ਸਕੂਲ ਨੂੰ ਬਲੇਮ ਕੀਤਾ ਜਾਂਦਾ ਹੈ ਬੜੀ ਵਾਰ, ਜੀ ਬੱਚਾ ਪੜ੍ਹ ਰਿਹਾ ਹੈ, ਯਤਨ ਕਰਦਾ ਹੈ, ਮਿਹਨਤ ਕਰਦਾ ਹੈ, ਇਹਨੂੰ ਸਮਝ ਨਹੀਂ ਪੈ ਰਹੀ ਪੜ੍ਹਾਈ ਕੀ ਪੜ੍ਹਾ ਰਹੇ ਹੋ ਤੁਸੀਂ। ਤੇ ਕਈ ਵਾਰ ਸਕੂਲ ਤੁਹਾਨੂੰ ਕਹਿੰਦਾ ਵੀ ਤੁਸੀਂ ਬੱਚੇ ਨੂੰ ਟਾਈਮ ਦਿਆ ਕਰੋ। ਤਾਂ ਜੋ ਕੁਝ ਪੜ੍ਹ ਰਹੇ ਹਾਂ, ਜੇ ਇਹ ਪੜ੍ਹਿਆ ਪੜ੍ਹਾਇਆ, ਅੱਜ ਤੋਂ ਪੜ੍ਹ ਰਹੇ ਹਾਂ ਕਿਤੇ ਜਪਜੀ ਸਾਹਿਬ ਕਥਾ, ਕਿਤੇ ਅੱਜ ਪਹਿਲੀ ਵਾਰ ਥੋੜ੍ਹਾ ਹੋਣ ਲੱਗੀ, ਕਦੋਂ ਤੋਂ ਕਥਾ ਹੋ ਰਹੀ ਹੈ, ਕਥਨ ਹੋ ਰਿਹਾ ਹੈ, ਕਿੰਨਾ ਕੁਝ ਗਾਇਆ ਜਾ ਰਿਹਾ ਹੈ, ਕਿੰਨਾ ਕੁਝ ਸੁਣਿਆ ਜਾ ਰਿਹਾ। ਗਿਆਨ ਇੰਨਾ ਥੋੜ੍ਹਾ, ਗਿਆਨ ਤੇ ਡੁੱਲ ਪੈ ਰਿਹਾ। ਸਵੇਰ ਤੋਂ ਜੋ ਗਿਆਨ ਦੀਆਂ ਗੱਲਾਂ ਕਰਦੇ ਹਾਂ, ਜੋ ਕਰਦੇ ਹਾਂ, ਕਰੀ ਜਾ ਰਹੇ ਹਾਂ, ਪਰ ਕਿਤੇ ਐਵੇਂ ਚੱਲੀ ਜਾ ਰਿਹਾ ਹੈ। ਇੱਧਰੋਂ ਕਾਪੀ ਕੀਤਾ, ਇੱਧਰ ਪੇਸਟ ਕਰ ਦਿੱਤਾ, ਇੱਧਰੋਂ ਚੱਕਿਆ ਤੇ ਅੱਗੇ ਮੈਂ ਵੀ ਅੱਗੇ ਕਿਤੇ ਹੋਰ ਭੇਜ ਦਿੱਤਾ। ਜੋ ਇਹ ਕੁਝ ਚੱਲੀ ਜਾ ਰਿਹਾ ਹੈ, ਇਸ ਵਿੱਚ ਮੇਰੇ ਕੋਲ ਕੁਝ ਨਹੀਂ ਆ ਪਾ ਰਿਹਾ। ਜਦੋਂ ਮਹਾਰਾਜ ਦੀ ਸ਼ਰਨ ਵਿੱਚ ਆਏ ਹਾਂ, ਇੱਥੇ ਸਵੈ ਪੜਚੋਲ ਦਾ ਮਤਲਬ ਇਹੀ ਹੈ। ਜਦੋਂ ਕਿ ਧਰਮ ਔਰ ਗਿਆਨ ਇਕੱਤਰ ਹੋਏ, ਫਿਰ ਇਹਨਾਂ ਨੇ ਨਿਰਣਾ ਕੀਤਾ ਵੀ ਇਸ ਨੂੰ ਸੱਚਖੰਡ ਲੈ ਕੇ ਜਾਣਾ ਹੈ।
ਤੇ ਸੱਚਖੰਡ ਲੈ ਕੇ ਜਾਣ ਵਾਸਤੇ ਹੁਣ ਇਸ ਨੂੰ ਕਰਮਸ਼ੀਲ ਕਰਨਾ ਪਏਗਾ। ਤੇ ਸਭ ਤੋਂ ਪਹਿਲੀ ਜੋ ਲੋੜ ਹੈ ਉਹ ਹੈ ਕਿ ਇਹਦੇ ਵਿੱਚ ਉਦਮ, ਇਹਦੇ ਵਿੱਚ ਕੁਝ ਉਪਰਾਲਾ ਪੈਦਾ ਕੀਤਾ ਜਾਏ। ਫਿਰ ਆ ਗਿਆ ਗਿਆਨ ਖੰਡ, ਧਰਮ ਖੰਡ, ਗਿਆਨ ਖੰਡ, ਤੇ ਤੀਜਾ ਆ ਗਿਆ ਸਰਮ ਖੰਡ, ਜਿਸ ਨੂੰ ਉਦਮ ਕਿਹਾ ਜਾਂਦਾ। ਅਸਲ ਵਿੱਚ ਇਹ ਹਕੀਕਤ ਹੈ ਕਿ ਸਰਮ ਨੇ ਹੀ ਕਰਮ ਬਣਨਾ ਹੈ। ਜੋ ਤੁਸੀਂ ਉਦਮ ਕੀਤਾ, ਅੰਦਰ ਹਿਰਦੇ ਵਿੱਚ ਚਿਤਵਿਆ ਵੀ ਗੁਰਦੁਆਰੇ ਜਾਣਾ ਹੈ, ਤੇ ਨਾਲ ਹੀ ਇੱਕ ਪ੍ਰਕਿਰਿਆ ਕੰਮ ਕਰਨ ਅੰਦਰ ਚਿਤਰਨ ਚੱਲ ਪੈਂਦਾ ਹੈ ਵੀ ਕਿਵੇਂ ਜਾਣਾ ਹੈ, ਕਿੰਨੇ ਕੁ ਵਜੇ ਪਹੁੰਚਣਾ ਹੈ। ਤਾਂ ਜੋ ਅੰਦਰ ਉਦਮ ਚੱਲ ਰਿਹਾ ਹੈ ਉਸ ਨੇ ਹੀ ਕਰਮ ਵਿੱਚ ਪ੍ਰਵੇਸ਼ ਹੋਣਾ ਹੈ, ਪ੍ਰਵਿਰਤ ਹੋਣਾ ਹੈ, ਉਸ ਨੇ ਹੀ ਚੇਂਜ ਹੋ ਜਾਣਾ। ਅੰਦਰ ਦੇ ਸਰਮ ਨੇ ਹੀ ਕਰਮ ਬਣਨਾ ਹੈ, ਉਦਮ ਨੇ ਹੀ ਕਰਮ ਬਣਨਾ ਹੈ। ਇਸ ਲਈ ਇੱਥੇ ਬੜੀ ਲੋੜ ਸੀ। ਮਹਾਰਾਜ ਜੀ ਨੇ ਕਿਹਾ ਜਦੋਂ ਫਿਰ ਹੁਣ ਸਰਮ ਖੰਡ ਦੀ ਗੱਲ ਆਏਗੀ, ਸਾਹਿਬ ਨੇ ਕਿਹਾ ਫਿਰ ਇੱਥੇ ਗੁਰੂ ਨੇ ਅਗਵਾਈ ਕੀਤੀ ਤੇ ਐਸੀ ਕਮਾਲ ਦੀ ਅਗਵਾਈ ਕਰ ਦਿੱਤੀ। ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਐਸੀ ਸੁੰਦਰ, ਐਸੀ ਸੁੰਦਰ, ਐਸੀ ਅਨੁਪਮ ਉਪਮਾ ਘੜ ਦਿੱਤੀ ਉਸ ਮਾਲਕ ਨੇ। ਮਹਾਰਾਜ ਕਹਿੰਦੇ ਨੇ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ, ਜੇ ਕੋ ਕਹੈ ਪਿੱਛੇ ਪਛਤਾਏ। ਕੀ ਘੜਿਆ ਮਹਾਰਾਜ ਇੱਥੇ? ਤਿੱਥੈ ਘੜੀਐ ਸੁਰਤ, ਮਤ, ਮਨ, ਬੁੱਧ, ਇਹ ਚਾਰ ਚੀਜ਼ਾਂ ਹੋ ਗਈਆਂ। ਕਿਉਂਕਿ ਉਦਮ ਕਰਨਾ ਹੈ ਤੇ ਉਦਮ ਕਰਨ ਤੋਂ ਪਹਿਲਾਂ ਕੋਈ ਗਲਤ ਨਾ ਹੋ ਜਾਏ, ਇਸ ਲਈ ਕੁਝ ਘਾੜਤ ਚਾਹੀਦੀ ਸੀ। ਘਾੜਤ ਹੋ ਗਈ, ਸਾਰਾ ਕੁਝ ਘੜਿਆ ਜਾ ਰਿਹਾ। ਇੱਥੇ ਤਿੱਥੈ ਘੜੀਐ ਸੁਰਤ, ਮਤ, ਮਨ ਤੇ ਬੁੱਧ। ਸੁਰਤ ਹੁਣ ਰੱਬ ਨੇ ਸਾਰਿਆਂ ਨੂੰ ਦਿੱਤੀ, ਕਿਉਂਕਿ ਗੁਰਬਾਣੀ ਦਾ ਇਹ ਵਾਕ ਹੈ ਤੇ ਅਸੀਂ ਪੜ੍ਹਦੇ ਹਾਂ। ਮਹਾਰਾਜ ਨੇ ਕਿਹਾ ਸੁਰਤ ਵੀ ਹੋਣਾ ਕੋਈ ਨਾ ਕੀ, ਸੁਰਤ ਤੋਂ ਵੀ ਹੋਣਾ ਉਹਨੇ ਕੁਝ ਬਣਾਇਆ ਹੀ ਨਹੀਂ, ਸਭਨਾਂ ਨੂੰ ਸੁਰਤ ਦਿੱਤੀ ਹੈ। ਕਿਸੇ ਕੋਲ ਕੁਝ ਹੈ, ਕਿਸੇ ਕੋਲ ਬੋਧ। ਔਰ ਜੇ ਸੁਰਤ ਵੀ ਹੋਣਾ ਹੋ ਜਾਏ ਬੰਦਾ, ਜੇ ਸੁਰਤ ਗਵਾਚ ਜਾਏ ਕਿਸੇ ਦੀ, ਜੇ ਸੁਰਤ ਹੀਣਾ ਹੋ ਜਾਏ, ਫਿਰ ਅਸੀਂ ਉਹਨੂੰ ਕਹਿ ਦਿੰਦੇ ਉਹਦਾ ਜੀਵਨ ਪੂਰਨ ਮੁਕੰਮਲ ਤੌਰ 'ਤੇ ਸਾਰਿਆਂ ਨਾਲੋਂ ਨਾਤਾ ਟੁੱਟ ਹੀ ਜਾਂਦਾ ਹੈ। ਕੀ ਦੇਖ ਰਿਹਾ ਉਹਨੂੰ ਨਹੀਂ ਪਤਾ, ਸੁਰਤ ਹੈ ਨਹੀਂ, ਜਿਸ ਨੂੰ ਅਸੀਂ ਆਮ ਬੋਲੀ ਵਿੱਚ ਬੇਹੋਸ਼ ਕਹਿ ਦਿੰਦੇ ਹਾਂ। ਜੀਵਨ ਤੇ ਹੈ, ਬੇਹੋਸ਼ ਹੈ, ਨਾ ਕੁਝ ਬੋਲ ਪਾ ਰਿਹਾ, ਨਾ ਆਪਣਾ ਦੁੱਖ ਦੱਸ ਪਾ ਰਿਹਾ, ਨਾ ਖੁਸ਼ੀ ਜ਼ਾਹਰ ਕਰ ਪਾ ਰਿਹਾ, ਨਾ ਕੁਝ ਵੇਖ ਪਾ ਰਿਹਾ, ਨਾ ਕੋਈ ਰਿਐਕਸ਼ਨ ਹੈ ਕਿਸੇ ਤਰ੍ਹਾਂ ਦਾ, ਨਾ ਚੱਲ ਪਾ ਰਿਹਾ। ਚੱਲਣ ਦੀ ਤੇ ਗੱਲ ਹੀ ਹੋਰ ਹੈ। ਤੋ ਸੁਰਤ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ, ਪਰ ਹੁਣ ਸੁਰਤ ਅਗਰ ਗਿਆਨ ਤੋਂ ਵੀ ਹੁਣੀ ਰਹਿ ਜਾਏ, ਇੱਥੇ ਵੀ ਹੁਣ ਗਿਆਨ ਦੀ ਲੋੜ ਪੈ ਜਾਏਗੀ। ਹੁਣ ਇੱਥੇ ਸਰਮ ਖੰਡ ਵਿੱਚ ਘਾੜਤ ਘੜੀ ਜਾ ਰਹੀ ਹੈ, ਤੇ ਘਾੜਤ ਐਸੀ ਅਨੁਪਮ ਘੜੀ ਜਾ ਰਹੀ ਹੈ। ਮਹਾਰਾਜ ਕਹਿੰਦੇ ਨੇ ਜੇ ਕੋਈ ਇਸ ਘਾੜਤ ਨੂੰ ਬਿਆਨ ਕਰਨਾ ਚਾਹੇ, ਜੇ ਕੋਈ ਆਖੇ ਵੀ ਮੈਂ ਬਿਆਨ ਕਰ ਸਕਦਾ ਮੁਕੰਮਲ ਤੌਰ 'ਤੇ, ਸਾਹਿਬ ਕਹਿੰਦੇ ਨੇ ਜੇ ਕੋ ਕਹੈ ਪਿੱਛੇ ਪਛਤਾਏ, ਫਿਰ ਪਛਤਾਵਾ ਰਹੇਗਾ ਵੀ ਮੈਂ ਕੁਝ ਵੀ ਕਹਿ ਨਹੀਂ ਪਾਇਆ। ਅਸਲ ਵਿੱਚ ਉਹ ਤਾਂ ਬਹੁਤ ਵੱਡੀ ਖੇਡ ਸੀ। ਹੁਣ ਇੱਥੇ ਜੋ ਘਾੜਤ ਘੜੀ ਜਾ ਰਹੀ ਹੈ ਉਹ ਹੈ ਸੁਰਤ ਦੀ ਘਾੜਤ ਘੜੀ ਜਾਣੀ। ਤਿੱਥੈ ਘੜੀ ਹੈ ਸੁਰਤ, ਤੇ ਸੁਰਤ ਨੂੰ ਘੜਨ ਲਈ ਕੀ ਚਾਹੀਦਾ? ਮਤ ਚਾਹੀਦੀ। ਤੇ ਮਤ ਕਿੱਥੋਂ ਲਾਂਗੇ? ਗੁਰੂਦੇਵ ਨੇ ਹੋਕਾ ਦਿੱਤਾ, ਆਪਾਂ ਸਾਰੇ ਬੈਠੇ ਹਾਂ ਤੇ ਸਾਨੂੰ ਸਾਰਿਆਂ ਨੂੰ ਆਵਾਜ਼ ਮਾਰ ਕੇ ਕਿਹਾ ਗੁਰ ਕੀ ਮਤ ਤੂੰ ਲੇਹ ਏ ਆਨੇ, ਭਗਤ ਬਿਨਾ ਬਹੁ ਡੂਬੇ ਸਿਆਨ। ਇਹ ਭਾਈ ਤੂੰ ਗੁਰੂ ਦੀ ਮਤ ਲੈ। ਤੇ ਜੇ ਮਤ ਨਾ ਹੋਈ, ਮਤ ਹੀਣੀ ਸੁਰਤ ਹੋ ਗਈ, ਮਤ ਤੋਂ ਸਖਣੀ ਸੁਰਤ ਰਹਿ ਗਈ, ਸੱਚ ਜਾਣਨਾ, ਫਿਰ ਉਸ ਨੂੰ ਕੋਈ ਚੱਜ ਨਹੀਂ ਆਏਗਾ, ਸਖਣੀ ਰਹਿ ਗਈ ਸੁਰਤ। ਕੋਈ ਬੱਚਾ ਜੰਮਦਿਆਂ ਹੀ ਉਸ ਨੂੰ ਇਕੱਲੇ ਵਿੱਚ ਰੱਖਿਆ ਜਾਏ, ਉਸ ਨੇ ਕਦੇ ਵੇਖਿਆ ਹੀ ਨਹੀਂ, ਕਿਉਂਕਿ ਮਤ ਤੇ ਆ ਕੇ ਸੰਸਾਰ ਵਿੱਚ ਲੈਣੀ ਹੈ। ਸੁਰਤ ਤੇ ਰੱਬ ਨੇ ਸਾਰਿਆਂ ਨੂੰ ਦਿੱਤੀ ਹੈ, ਸੁਰਤ ਵੀ ਹੋਣਾ ਉਹਨੇ ਕੋਈ ਬਣਾਇਆ ਹੀ ਨਹੀਂ, ਸਭਨਾਂ ਨੂੰ ਸੁਰਤ ਬੋਧ ਦਿੱਤਾ ਹੈ। ਪਰ ਮਤ ਸੰਸਾਰ ਵਿੱਚ ਆ ਕੇ ਲੈਣੀ, ਤੇ ਕਿੱਥੋਂ ਲੈਣੀ ਹੈ ਮਤ? ਇਸ ਲਈ ਮਹਾਰਾਜ ਨੇ ਕਿਹਾ ਤੂੰ ਕਿਤੇ ਗਲਤ ਮਤ ਨਾ ਲੈ ਲੈ, ਨਹੀਂ ਤੇ ਫਿਰ ਬੁੱਧੀ ਗਲਤ ਹੋ ਜਾਏਗੀ। ਸਾਰੇ ਥੋੜ੍ਹੇ ਥੋੜ੍ਹੇ ਅੰਤਰ ਤੋਂ ਨੇ, ਪਰ ਜੇ ਇਹਨਾਂ ਨੂੰ ਗਹਿਰਾਈ ਨਾਲ ਸਮਝਾਂਗੇ ਤੇ ਸਮਝ ਆ ਜਾਏਗੀ ਵੀ ਜੀਵਨ ਇਸ ਤਰ੍ਹਾਂ ਵੀ ਘੜਿਆ ਜਾ ਸਕਦਾ। ਸੱਚਖੰਡ ਸੱਤਵੇਂ ਅਸਮਾਨ 'ਤੇ ਨਹੀਂ ਨਜ਼ਰ ਆਏਗਾ। ਫਿਰ ਤੁਹਾਡੀ ਜੀਵਨ ਨੂੰ, ਜ਼ਿੰਦਗੀ ਨੂੰ ਹੀ ਸੱਚਖੰਡ ਗੁਰਦੇਵ ਬਣਾਉਣਾ ਚਾਹ ਰਹੇ ਨੇ। ਬਸ ਇਹੀ ਖੇਡ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਸੁਰਤ ਤੋਂ ਬਗੈਰ ਤੇ ਕੋਈ ਨਹੀਂ ਬਣਾਇਆ। ਫਿਰ ਸੁਰਤ ਨੂੰ ਮੱਤ ਚਾਹੀਦੀ ਸੀ। ਹੁਣ ਜਿਸ ਤਰ੍ਹਾਂ ਦੀ ਮੱਤ ਲਈ, ਇਕੱਤਰ ਕੀਤੀ, ਧਾਰਨ ਕੀਤੀ, ਉਸ ਤਰ੍ਹਾਂ ਦੀ ਬੁੱਧ ਬਣ ਜਾਏਗੀ, ਉਸੇ ਤਰ੍ਹਾਂ ਦੀ ਬੁੱਧੀ ਹੋਏਗੀ। ਸਖਣੀ ਸੁਰਤ ਸੀ,
ਚੋਰ ਦੀ ਸੰਗਤ ਕੀਤੀ, ਚੋਰ ਦੀ ਮੱਤ ਲੈ ਲਈ ਤੇ ਚੋਰੀ ਕਰਨ ਦਾ ਵੱਲ ਆ ਗਿਆ। ਠੱਗਾਂ ਦੀ ਸੰਗਤ ਸੋਭਤ ਕੀਤੀ, ਠੱਗੀ ਕਰਨ ਦਾ ਵੱਲ ਆ ਗਿਆ। ਅਮਲੀਆਂ ਦੀ ਸੋਭਤ ਕੀਤੀ, ਉੱਥੋਂ ਮੱਤ ਲਈ ਤੇ ਆਪ ਅਮਲੀ ਹੋ ਹੀ ਗਿਆ। ਭਾਵ ਜਿਸ ਪਾਸੇ ਤੁਰਿਆ, ਜਿਸ ਪਾਸੇ ਤੋਂ ਮੱਤ ਧਾਰਨ ਕਰਦਾ ਰਿਹਾ, ਮੱਤ ਇਕੱਤਰ ਕਰਦਾ ਰਿਹਾ, ਮੱਤ ਲੈਂਦਾ ਰਿਹਾ, ਉਸੇ ਤਰ੍ਹਾਂ ਦੀ ਮੱਤ ਹੋ ਗਈ। ਪਰ ਕੋਈ ਵੱਡੇ ਭਾਗਾਂ ਵਾਲਾ ਸੀ ਜਿਸ ਨੇ ਗੁਰੂ ਦੀ ਗੱਲ ਸੁਣ ਲਈ, ਗੁਰੂ ਅੱਗੇ ਜਿਸ ਨੇ ਆਪਣਾ ਸਿਜਦਾ ਕਰ ਦਿੱਤਾ ਤੇ ਗੁਰੂ ਦੀ ਮੱਤ ਧਾਰਨ ਕਰ ਲਈ। ਮੱਥਾ ਟੇਕ ਰਹੇ ਹਾਂ, ਮੱਥਾ ਟੇਕਣ ਤੋਂ ਭਾਵ ਤੇ ਇਹੀ ਹੈ ਮਹਾਰਾਜ ਜੀ ਮੈਂ ਆਪਣੀ ਮੱਤ ਭੇਟਾ ਕਰ ਦਿੱਤੀ, ਮੈਂ ਮੱਥਾ ਟੇਕਿਆ ਤੇ ਅੱਜ ਤੋਂ ਬਾਅਦ ਤੁਹਾਡੀ ਮੱਤ ਮੈਂ ਧਾਰਨ ਕਰਦਾ, ਇਹੀ ਭਾਵ ਹੈ। ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਸੁਰਤ ਤੋਂ ਬਗੈਰ ਕੋਈ ਨਹੀਂ, ਤੇ ਸੁਰਤ ਨੇ ਅੱਗੋਂ ਮੱਤ ਧਾਰਨ ਕੀਤੀ ਤੇ ਮੱਤ ਜਿਸ ਜਿਸ ਤਰ੍ਹਾਂ ਦੀ ਇਕੱਤਰ ਕੀਤੀ, ਜਿਸ ਤਰ੍ਹਾਂ ਦੀ ਸੋਭਤ ਸੰਗਤ ਨਸੀਬ ਹੋਈ, ਜਿਵੇਂ ਦੀ ਮੱਤ ਲੈ ਲਈ ਉਵੇਂ ਦੇ ਫਿਰ ਬੁੱਧ ਬਣ ਗਏ। ਲਓ ਇਹ ਖੇਡ ਆਈ ਬੁੱਧ ਦੀ। ਸੁਰਤ ਰੱਬ ਨੇ ਦਿੱਤੀ, ਮੱਤ ਦੁਨੀਆ ਵਿੱਚੋਂ ਆ ਕੇ ਸੰਸਾਰ ਵਿੱਚ ਆ ਕੇ ਇੱਥੋਂ ਧਾਰਨ ਕੀਤੀ ਤੇ ਜਿਵੇਂ ਦੀ ਮੱਤ ਲਈ ਉਵੇਂ ਦੀ ਬੁੱਧ ਬਣ ਗਏ। ਹੁਣ ਜੇ ਕੋਈ ਇਹ ਗਲਤੀ ਕਰ ਬੈਠੇ, ਮੱਤ ਚੋਰ ਦੀ ਲੈ ਲਏ, ਮੱਤ ਕੋ ਠੱਗ ਦੀ ਲੈ ਲਏ, ਮੱਤ ਕੋ ਦੁਰਾਚਾਰੀ ਦੀ ਲੈ ਲਏ, ਤੇ ਫਿਰ ਦੁਰਾਚਾਰੀ ਹੋ ਜਾਏਗਾ। ਹੁਣ ਸੁਰਤ ਔਰ ਮੱਤ, ਜਦੋਂ ਮੱਤ ਹੀ ਗਲਤ ਹੋ ਜਾਏ ਤੇ ਬੁੱਧ ਵੀ ਗਲਤ ਹੋ ਜਾਏਗੀ, ਵੈਸੀ ਬੁੱਧੀ ਬਣ ਜਾਏਗੀ ਉਸ ਦੀ। ਹੁਣ ਇਸ ਬੁੱਧੀ ਨੂੰ ਕੌਣ ਸਵਾਰ ਸਕਦਾ? ਬਸ ਇਸ ਲਈ ਗੁਰਦੁਆਰੇ ਆਉਂਦੇ ਹਾਂ, ਸੱਚ ਜਾਣਨਾ ਸਾਧ ਸੰਗਤ, ਗੁਰੂ ਅੱਗੇ ਅਰਦਾਸ ਕਰਦੇ ਹਾਂ, ਰਜ਼ੋਈ ਕਰਦੇ ਹਾਂ। ਗੁਰੂ ਹੀ ਐਸਾ ਕਾਬਲ ਹੈ ਜਿਹੜਾ ਕਿ ਤੁਹਾਡੀ ਬੁੱਧ ਬਦਲ ਸਕਦਾ। ਬਾਬਾ ਕਬੀਰ ਸਾਹਿਬ ਜੀ ਨੂੰ ਕਹਿਣਾ ਪਿਆ, ਕਹੋ ਕਬੀਰ ਬੁੱਧ ਹਿਰ ਲਈ ਮੇਰੀ, ਬੁੱਧ ਬਦਲੀ ਸਿੱਧ ਪਾਈ। ਮਹਾਰਾਜ ਕਹਿੰਦੇ ਨੇ ਗੁਰੂ ਨੇ ਕਮਾਲ ਕਰ ਦਿੱਤੀ, ਮੇਰੀ ਬੁੱਧ ਹੀ ਬਦਲ ਦਿੱਤੀ। ਮੈਂ ਬੜੀਆਂ ਗਲਤੀਆਂ ਕੀਤੀਆਂ ਸਨ, ਉਹ ਗਲਤੀਆਂ ਸਾਰੇ ਦੀਆਂ ਸਾਰੀਆਂ ਖਿਮਾ ਕਰ ਦਿੱਤੀਆਂ। ਬਖਸ਼ਣ ਤੇ ਆਇਆ, ਉਹਨੇ ਐਵੇਂ ਬਖਸ਼ ਲਿਆ। ਮਹਾਰਾਜ ਕਹਿੰਦੇ ਨੇ ਹਮਰੀ ਗਣਤ ਨਾ ਗਣੀਆਂ ਕਾਈ, ਆਪਣਾ ਬਿਰਧ ਪਿਛਾ ਹਾਥ ਦੇ ਰਾਖੈ ਕਰ ਆਪਣੇ ਸਦਾ ਸਦਾ ਰੰਗਮਾਨ। ਕੀ ਭਲਾ ਭੈੜੀ ਮਤ ਨਹੀਂ ਸੀ ਕਿਸੇ ਸੱਜਣ ਕੋਲ? ਰਾਗੀਰ ਆਉਂਦਾ ਟਿਕਦਾ, ਉਹਦਾ ਕਤਲ ਕਰਨ ਲੱਗਿਆ ਵੀ ਉਹਦੇ ਹੱਥ ਨਹੀਂ ਕੰਬਦੇ, ਸਾਰਾ ਕੁਝ ਮਾਲ ਅਸਬਾਬ ਖੋਹ ਲੈਂਦਾ। ਨਾ ਤੇ ਸੱਜਣ ਸੀ, ਕੰਮ ਵੀ ਸੱਜਣ ਤਾਈ ਦੇ ਹੀ ਕਰਦਾ ਸੀ ਪਹਿਲੋਂ, ਪਰ ਲੋਭ ਨੇ ਐਸਾ ਕਰ ਕੁਝ ਗ੍ਰਸ ਲਿਆ, ਐਸੀ ਮਤ ਆ ਗਈ, ਵੈਸੀ ਬੁੱਧ ਬਣ ਗਈ, ਖੁਆਰ ਹੋ ਗਿਆ। ਔਰ ਇੰਨਾ ਖੁਆਰ ਨਹੀਂ ਹੋਇਆ, ਲੋਕਾਂ ਦੇ ਕਤਲ ਕਰਨ ਤੱਕ ਚਲਿਆ ਗਿਆ। ਭਾਵੇਂ ਉਹ ਮਲਕ ਭਾਗੋ ਸੀ, ਭਾਵੇਂ ਉਹ ਕੋਡਾ ਰਾਖਸ ਸੀ, ਬੁੱਧੀ ਤੇ ਖਰਾਬ ਸੀ। ਗੁਰੂਦੇਵ ਸੱਚੇ ਪਾਤਸ਼ਾਹ ਨੇ ਬੁੱਧ ਬਦਲੀ। ਮਹਾਰਾਜ ਨੇ ਜਿਉਂ ਹੀ ਬੁੱਧ ਬਦਲੀ, ਸਿੱਧ ਪਾਈ, ਜੀਵਨ ਵਿੱਚ ਕਾਮਯਾਬੀ ਹਾਸਲ ਹੋ ਗਈ। ਮਹਾਰਾਜ ਕਹਿੰਦੇ ਨੇ ਇੱਥੇ ਹੁਣ ਘਾੜਤ ਘੜੀ ਜਾ ਰਹੀ ਹੈ, ਤਿੱਥੈ ਘੜੀਐ ਸੁਰਤ ਮਤ ਮਨ ਤੇ ਬੁੱਧ। ਜਦੋਂ ਸੁਰਤ ਰੱਬ ਨੇ ਦਿੱਤੀ, ਗੁਰੂ ਦੀ ਮਤ ਧਾਰਨ ਕਰ ਲਈ, ਪਰ ਗਲਤੀ ਨਾਲ ਮਤ ਕੋਈ ਹੋਰ ਧਾਰਨ ਵੀ ਕਰ ਲਈ ਸੀ ਤੇ ਗੁਰੂ ਨੇ ਦਇਆ ਕੀਤੀ, ਬੁੱਧ ਬਦਲੀ ਸਿੱਧ ਪਾਈ। ਹੁਣ ਇਹਨਾਂ ਤਿੰਨਾਂ ਦੇ ਮਿਸ਼ਰਣ ਵਿੱਚੋਂ ਜੋ ਕੁਝ ਬਣਿਆ ਹੈ ਉਹ ਮਨ ਹੈ। ਹੁਣ ਅੱਗੇ ਮਨ ਨੇ ਫਿਰ ਕਰਮ ਕਰਨੇ ਨੇ। ਧਰਮ ਖੰਡ ਤੋਂ ਗੱਲ ਆਰੰਭ ਹੋਈ ਹੈ। ਸੱਚੇ ਪਾਤਸ਼ਾਹ ਗੁਰੂਦੇਵ ਨੇ ਜ਼ਿਕਰ ਕੀਤਾ। ਜਦੋਂ ਗੁਰੂਦੇਵ ਸਮਝਾਉਣ ਤੇ ਆਉਂਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਸਤਿਗੁਰ ਧਰਤੀ ਧਰਮ ਹੈ, ਤਿਸ ਵਿੱਚ ਜੇਹਾ ਕੋ ਬੀਜੈ ਤੇਹਾ ਫਲ ਪਾਏ ਕੋਏ। ਮਹਾਰਾਜ ਨੇ ਕਿਹਾ ਸਤਿਗੁਰ ਜਿਹੜਾ ਹੈ ਨਾ, ਔਰ ਧਰਤੀ ਜਿਹੜੀ ਹੈ, ਔਰ ਧਰਮ ਜਿਹੜਾ ਹੈ, ਸਾਰੇ ਸੱਚ ਹੀ ਬੋਲਦੇ ਨੇ। ਸਤਿਗੁਰ ਧਰਤੀ ਤੇ ਧਰਮ। ਮਹਾਰਾਜ ਕਹਿੰਦੇ ਨੇ ਇਹਨਾਂ ਕਿਸੇ ਦਾ ਲਿਹਾਜ਼ ਨਹੀਂ ਕਰਨਾ, ਜਿਸ ਤਰ੍ਹਾਂ ਦਾ ਤੂੰ ਹੈ। ਜੇ ਬਾਬਰ ਹੈ ਤੇ ਜੇ ਤੂੰ ਜਾਬਰ ਜ਼ਬਰ ਕਰ ਰਿਹਾ ਤੈਨੂੰ ਜਾਬਰ ਕਿਹਾ ਜਾਏਗਾ। ਗੁਰੂ ਨੇ ਲਿਹਾਜ਼ ਥੋੜੋ ਕਰਨਾ, ਜੇ ਧਰਤੀ ਨੇ ਲਿਹਾਜ਼ ਥੋੜੋ ਕਰਨਾ। ਹਾਂ ਇਹ ਹੋ ਸਕਦਾ ਹੈ ਕਿ ਤੁਹਾਡੀ ਮੁੱਠ ਵਿੱਚ ਕਿਸੇ ਦੀ ਜੇਬ ਵਿੱਚ ਮੱਕੀ ਦੇ ਦਾਣੇ ਪਏ ਹੋਣ ਤੇ ਉਹ ਆਖੇ ਨਹੀਂ ਜੀ ਮੇਰੇ ਕੋਲ ਕਣਕ ਦੇ ਦਾਣੇ ਨੇ। ਮਨੁੱਖ ਦੀ ਫਿਦਰਤ ਹੈ, ਬੋਲ ਸਕਦਾ ਝੂਠ। ਉਹ ਆਖ ਦੇਵੇ ਵੀ ਮੇਰੇ ਕੋਲ ਬਾਜਰੇ ਦੇ ਦਾਣੇ ਨੇ, ਜਵਾਰ ਦੇ ਦਾਣੇ ਨੇ, ਉਹ ਝੂਠ ਬੋਲ ਸਕਦਾ ਕਿਉਂਕਿ ਫਿਦਰਤ ਹੈ। ਪਰ ਮਹਾਰਾਜ ਜੀ ਕਹਿੰਦੇ ਨੇ ਜੇ ਤੂੰ ਇਹ ਦਾਣੇ ਧਰਤੀ ਨੂੰ ਸੁਪਰਦ ਕਰ ਦਿੱਤੇ ਫੇਰ ਝੂਠ ਨਾ ਬੋਲੀ, ਕਿਉਂਕਿ ਤੇਰਾ ਪਰਦਾ ਜਿਹੜਾ ਨਾ ਫਾਸ ਕਰ ਦੇਣਾ। ਧਰਤੀ ਨੇ ਝੂਠ ਨਹੀਂ ਬੋਲਣਾ, ਧਰਤੀ ਨੇ ਉਹੀ ਕੁਝ ਪੈਦਾ ਕਰਨਾ ਜੋ ਤੂੰ ਉਸ ਵਿੱਚ ਬੀਜਿਆ ਹੈ। ਇਸ ਲਈ ਮਹਾਰਾਜ ਕਹਿੰਦੇ ਸਤਿਗੁਰ
ਧਰਤੀ ਧਰਮ ਹੈ ਤਿਸ ਵਿੱਚ ਜੇਹਾ ਕੋ ਬੀਜੈ ਤੇਹਾ ਫਲ ਪਾਏ ਕੋਏ। ਜੋ ਕੁਝ ਬੀਜ ਰਿਹਾ ਹੈ ਅਸਲ ਵਿੱਚ ਉਹੀ ਉਗਣਾ ਹੈ। ਇੱਥੇ ਇਹ ਨਹੀਂ ਚੱਲੇਗਾ ਕਿ ਕੋਈ ਕਿੱਕਰ ਬੀਜੀ ਜਾਏ ਤੇ ਇਹ ਮੰਗ ਕਰੀ ਜਾਏ ਮਹਾਰਾਜ ਮੇਰੇ ਦਾਖਾਂ ਉਗ ਪੈਣ। ਕਹਿਣਾ ਹੀ ਪਿਆ ਨਾ ਭਗਤ ਸਾਹਿਬਾਨ ਨੂੰ। ਸਾਹਿਬ ਨੇ ਆਖਿਆ ਕਿ ਲੋੜੈ ਦਾਖ ਬਿਜੂਰੀਆਂ ਕਿੱਕਰ ਬੀਜੈ ਜੱਟ। ਬੀਜ ਕੁਝ ਹੋਰ ਰਿਹਾ ਹੈ, ਮੰਗ ਕਿਸੇ ਹੋਰ ਚੀਜ਼ ਦੀ ਕਰ ਰਿਹਾ। ਇਸ ਲਈ ਸਾਹਿਬ ਕਰਨੇ ਸਤਿਗੁਰ ਧਰਤੀ ਧਰਮ ਹੈ ਤਿਸ ਵਿੱਚ ਜੇਹਾ ਕੋ ਬੀਜੈ ਤੇਹਾ ਫਲ ਪਾਏ ਕੋਏ। ਤੇ ਸਤਿਗੁਰੂ ਤੇ ਧਰਮ ਸ਼ੀਸ਼ੇ ਦੀ ਨਿਆਈ ਨੇ। ਸ਼ੀਸ਼ੇ ਦੇ ਸਾਹਮਣੇ ਤੁਸੀਂ ਜਾਂਦੇ ਹੋ, ਜੋ ਹੀ ਸ਼ੀਸ਼ੇ ਸਾਹਮਣੇ ਪੇਸ਼ ਹੁੰਦੇ ਆ, ਕੋਈ ਸ਼ੀਸ਼ੇ ਅੱਗੇ ਪੱਥਰ ਲੈ ਕੇ ਚਲਾ ਜਾਏ ਤੇ ਆਖੇ ਮੈਂ ਤੈਨੂੰ ਤੋੜ ਦਿਆਂਗਾ, ਮੇਰੇ ਮੱਥੇ ਦਾ ਲੱਗਾ ਹੋਇਆ ਕਲੰਕ ਤੇ ਦਾਗ ਤੂੰ ਮੈਨੂੰ ਦੱਸਣਾ ਨਹੀਂ ਹੈ। ਕੀ ਭਲਾ ਸ਼ੀਸ਼ਾ ਲਿਹਾਜ਼ ਕਰੇਗਾ? ਸ਼ੀਸ਼ਾ ਉਸ ਤੋਂ ਖੌਫ ਖਾਏਗਾ, ਡਰ ਰੱਖੇਗਾ ਵੀ ਮੈਂ ਡਰਦਾ ਤੂੰ ਮੈਨੂੰ ਖਰਾਬ ਕਰ ਦੇਣਾ ਹੈ, ਤੋੜ ਦੇਣਾ ਹੈ ਤੇ ਮੈਂ ਤੇਰੇ ਮੱਥੇ ਦਾ ਦਾਗ ਨਾ ਦੱਸਾਂ? ਨਹੀਂ, ਹੋ ਹੀ ਨਹੀਂ ਸਕਦਾ। ਪਰ ਅਗਰ ਕੋਈ ਬਦਲਵੇਂ ਰੂਪ ਵਿੱਚ ਐਸਾ ਕਰੇ ਕਿ ਫੁੱਲਾਂ ਦਾ ਹਾਰ ਲੈ ਕੇ ਚਲਾ ਜਾਏ ਵੀ ਮੈਂ ਤੇਰੀ ਪੂਜਾ ਕਰਾਂਗਾ, ਮੇਰੇ ਮੱਥੇ ਦਾ ਦਾਗ ਨਜ਼ਰ ਨਹੀਂ ਆਉਣਾ ਚਾਹੀਦਾ, ਸ਼ੀਸ਼ਾ ਇਤਨਾ ਥੋੜ੍ਹਾ ਕਰੇਗਾ ਵੀ ਤੂੰ ਹਾਰ ਲੈ ਆਇਆ ਚੱਲ ਪੂਜਾ ਕਰੇਗਾ ਤੇ ਮੈਂ ਤੇਰਾ ਲਿਹਾਜ਼ ਕਰ ਲਵਾਂ? ਨਹੀਂ, ਉਹਨੇ ਸੱਚ ਹੀ ਸੱਚ ਅੱਗੇ ਪੇਸ਼ ਕਰਨਾ। ਇਸ ਲਈ ਮਹਾਰਾਜ ਕਹਿੰਦੇ ਨੇ ਧਰਮ ਦਾ ਵੀ ਇਹ ਨਿਯਮ ਹੈ ਕਿ ਉਹਨੇ ਸੱਚ ਹੀ ਸਾਹਮਣੇ ਪ੍ਰਗਟ ਕਰ ਦੇਣਾ ਤੇ ਉਸਨੇ ਸੱਚ ਕਰਨਾ ਹੈ ਪ੍ਰਗਟ ਗਿਆਨ ਦੀ ਕਸਵੱਟੀ ਤੇ ਗਿਆਨ ਕਿਸ ਕਸਵੱਟੀ ਤੇ ਖੇਡ ਵਰਤੇਗੀ? ਕਰਮੀ ਕਰਮੀ ਹੋਏ ਵਿਚਾਰ। ਤੇ ਜਦੋਂ ਕੋਈ ਸਰਮ ਖੰਡ ਵਿੱਚ ਚਲਿਆ ਜਾਂਦਾ ਹੈ, ਸੱਚ ਜਾਣਨਾ ਸਰਮ ਖੰਡ, ਇਸ ਤੋਂ ਬਾਅਦ ਅਗਲੀ ਪੌੜੀ ਆਰੰਭ ਹੋਏਗੀ ਕਰਮ ਖੰਡ ਤੇ ਸੱਚ ਖੰਡ। ਮਹਾਰਾਜ ਨੇ ਉਹ ਇੱਕੋ ਹੀ ਪੌੜੀ ਵਿੱਚ ਦੋਨਾਂ ਨੂੰ ਬਿਆਨ ਕਰ ਦਿੱਤਾ ਹੈ। ਪਤਾ ਕਿਉਂ? ਕਿਉਂਕਿ ਤੇਰੇ ਕਰਮਾਂ ਵਿੱਚੋਂ ਹੀ ਸੱਚਖੰਡ ਤੈਨੂੰ ਮਿਲੇ। ਕਰਮੀ ਕਰਮੀ ਹੋਏ ਵਿਚਾਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਗੱਲ ਸਾਰੀ ਕਰਮਾਂ ਤੇ ਹੀ ਖੇਡ ਵਰਤ ਜਾਏਗੀ। ਇਸ ਲਈ ਮਹਾਰਾਜ ਬਾਰ-ਬਾਰ ਸਾਵਧਾਨ ਕਰਦੇ ਨੇ ਤੇ ਸਾਵਧਾਨ ਕਰਦਿਆਂ ਸ੍ਰੀ ਹਜ਼ੂਰ ਸਤਿਗੁਰੂ ਸਾਨੂੰ ਜਦੋਂ ਸਮਝਾਉਂਦੇ ਨੇ, ਅਗਵਾਈ ਕਰਦੇ ਨੇ। ਗੁਰਦੇਵ ਨੇ ਐਸੀ ਅਗਵਾਈ ਕੀਤੀ, ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਇੱਥੇ ਹੁਣ ਘਾੜਤ ਖੜੀ ਗਈ ਸੁਰਤ ਮਤ ਮਨ ਬੁੱਧ। ਮਹਾਰਾਜ ਕਹਿੰਦੇ ਨੇ ਜਦ ਘਾੜਤ ਖੜੀ ਗਈ ਅੱਗੇ ਦਾ ਉਪਰਾਲਾ ਬਣਿਆ। ਕਰਮ ਕੀ ਕਰਨੇ ਨੇ, ਕਰਮਾਂ ਪ੍ਰਤੀ ਸਾਵਧਾਨ ਹੋਏ। ਕਰਮ ਤੇ ਆਪਾਂ ਸਾਰੇ ਹੀ ਕਰ ਰਹੇ ਹਾਂ, ਕੋਈ ਨਾ ਕੋਈ ਕਰਮ ਕਰ ਹੀ ਰਹੇ ਹਾਂ। ਪਰ ਇੱਕ ਬੇਨਤੀ ਕਰਦੇ ਹਾਂ, ਸਾਡਾ ਸਾਰਾ ਜ਼ੋਰ ਇਸ ਗੱਲ ਤੇ ਲੱਗਾ ਹੋਇਆ ਹੈ, ਮੱਥਾ ਟੇਕਿਆ ਨਾ ਆਪਾਂ ਸਾਰਿਆਂ, ਗੁਰੂ ਦਾ ਸ਼ਬਦ ਸੁਣ ਰਹੇ ਹਾਂ, ਅਦਬ ਭਾਵ ਵਿੱਚ ਕੀਰਤਨ ਸੁਣਦੇ ਹਾਂ। ਇਹ ਸਾਹਮਣੇ ਦਰਸਾਉਂਦੀ ਹੈ ਗੱਲ ਕਿ ਤੁਹਾਡੇ ਵਿੱਚ ਗੁਰੂ ਲਈ ਅਦਬ ਹੈ, ਪਿਆਰ ਹੈ, ਪ੍ਰੇਮ ਹੈ। ਪਰ ਜ਼ੋਰ ਇਹ ਲੱਗਾ ਹੈ ਬਈ ਮੈਂ ਗੁਰੂ ਵਾਲਾ ਵੀ ਬਣਿਆ ਰਵਾਂ, ਹਨੇਰਾ ਵੀ ਮੇਰੇ ਕੋਲ ਰਵੇ ਤੇ ਚਾਨਣ ਵੀ ਰਵੇ, ਮੈਂ ਅਵਗਣ ਵੀ ਰੱਖ ਲਵਾਂ, ਮੈਂ ਗੁਣ ਵੀ ਨਾ ਛੱਡਾਂ। ਮੇਰੇ ਕੋਲ ਗੁਣ ਸਾਰੇ ਰਹਿਣ ਪਰ ਅਵਗਣ ਮੈਂ ਛੱਡਾਂ ਨਾ, ਤਿਆਗਾਂ ਨਾ। ਲੋੜ ਪਈ ਤੇ ਅਵਗਣ ਕਰ ਲਾਂਗਾ, ਹਨੇਰੇ ਵਿੱਚ ਅਵਗਣ ਕਰ ਲਾਂਗਾ, ਇਸ ਲਈ ਹਨੇਰੇ ਦੀ ਲੋੜ ਹੈ। ਤੇ ਪ੍ਰਕਾਸ਼ ਵਿੱਚ ਮੈਂ ਗੁਣਾਂ ਦਾ ਪ੍ਰਗਟਾਵਾ ਕਰ ਸਕਾਂ, ਇਸ ਲਈ ਗੁਣ ਵੀ ਚਾਹੀਦੇ ਨੇ। ਹੁਣ ਦੋਨੇ ਚੀਜ਼ਾਂ ਇਕੱਠੀਆਂ ਰੱਖਣ ਦਾ ਯਤਨ ਕਰ ਰਹੇ ਹਾਂ ਤੇ ਜ਼ੋਰ ਇਹ ਹੀ ਲੱਗਾ ਹੋਇਆ ਵੀ ਕਿਸੇ ਤਰੀਕੇ ਨਾਲ। ਇਸੇ ਲਈ ਦੁਬਦਾ ਤੇ ਇਹ ਹੀ ਬਣ ਗਈ। ਇਸ ਲਈ ਮੁਕੰਮਲਤਾ ਖੇਡ ਬਣ ਨਹੀਂ ਪਾ ਰਹੀ। ਖੇਡ ਤਾਂ ਨਹੀਂ ਬਣ ਪਾ ਰਹੀ ਕਿਉਂਕਿ ਦੋਨਾਂ ਨੂੰ ਇੱਕੋ ਥਾਂ ਰੱਖਣਾ ਚਾਹ ਰਹੇ ਹਾਂ। ਇਹ ਯਤਨ ਕਰ ਰਹੇ ਵੀ ਮੈਂ ਅੰਮ੍ਰਿਤ ਵੀ ਛਕ ਲਵਾਂ ਤੇ ਜ਼ਹਿਰ ਤਿਆਗਾ ਨਾ। ਮੈਂ ਜ਼ਹਿਰ ਵੀ ਮੇਰੇ ਕੋਲ ਰਵੇ ਤੇ ਮੈਂ ਅੰਮ੍ਰਿਤਪਾਨ ਵੀ ਕਰ ਲਵਾਂ, ਵੀ ਦੋਨੇ ਹੀ ਚੀਜ਼ਾਂ ਦਾ ਧਾਰਨੀ ਹੋ ਜਾਵਾਂ। ਦੋਨੇ ਚੀਜ਼ਾਂ ਲੈ ਕੇ ਨਾਲ ਨਾਲ ਸਫ਼ਰ ਕਰਨਾ ਚਾਹ ਰਿਹਾ ਬੰਦਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਐਸਾ ਹੋ ਥੋੜ੍ਹਾ ਸਕਦਾ। ਗੁਰਦੇਵ ਨੇ ਕਿਹਾ ਜਦੋਂ ਮਹਾਰਾਜ ਨੇ ਗੁਣ ਔਰ ਅਵਗੁਣ ਦੀ ਖੇਡ ਸਾਹਮਣੇ ਰੱਖੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਹਉਮੈ ਨਾਵੇਂ ਨਾਲ ਵਿਰੋਧ ਹੈ, ਦੋਏ ਨਾ ਬਸੈ ਇੱਕ ਥਾਂ। ਇਹ ਦੋਨੇ ਇਕੱਠੇ ਨਹੀਂ ਰਹਿਣਗੇ। ਬਿਖ ਤੇ ਅੰਮ੍ਰਿਤ ਇਕੱਠੇ ਨਹੀਂ ਰਹਿ ਸਕਦੇ। ਝੂਠ ਤੇ ਸੱਚ ਤੋਂ ਇਕੱਤਰ ਨਹੀਂ ਰੱਖ ਸਕਦਾ। ਪਰ ਸਾਡਾ ਜ਼ੋਰ ਸਾਰਾ ਇਸ ਗੱਲ ਤੇ ਲੱਗਾ ਹੋਇਆ, ਇਸ ਲਈ ਗੱਲ ਕਿਸੇ ਪਾਸੇ ਵੀ ਨਹੀਂ ਲੱਗ ਪਾ ਰਹੀ, ਇਸ ਲਈ ਖੇਡ ਨਹੀਂ ਵਰਤ ਪਾ ਰਹੀ। ਪਰ ਮਹਾਰਾਜ ਸੱਚੇ ਪਾਤਸ਼ਾਹ ਦੀ ਅਗਵਾਈ ਵਿੱਚ ਚੱਲਦੇ ਹਾਂ, ਗੁਰੂ ਤੋਂ ਜਦੋਂ ਗਿਆਨ ਲੈਂਦੇ ਹਾਂ, ਜਦੋਂ ਗੁਰੂ ਅੱਗੇ ਸਮਰਪਣ ਕਰਦੇ ਹਾਂ, ਤੇ ਇੱਥੇ ਸਮਰਪਣ ਕਰਨਾ ਤੇ ਮੁਕੰਮਲ ਹੀ ਕਰਨਾ ਪਏਗਾ। ਇੱਕ ਪਾਸਾ ਤੇ ਛੱਡਣਾ ਹੀ ਪਏਗਾ, ਇੱਕ ਦੇ ਹੋਣਾ ਪਏਗਾ, ਇੱਕ ਬੇੜੀ ਤੇ ਸਵਾਰ ਹੋਣਾ ਪਏਗਾ, ਇੱਕ ਨੂੰ ਆਪਣਾ ਇਸ਼ਟ ਮੰਨ ਕੇ ਤੇ ਇੱਕ ਅੱਗੇ ਆਪਾ ਭੇਟਾ ਕਰਨਾ ਪਏਗਾ। ਕਿਤੇ ਖੇਡ ਫੇਰ ਵਰਤ ਸਕਦੀ ਹੈ।
ਧਰਮ ਦੀ ਅਗਵਾਈ ਵਿੱਚ ਚੱਲਣਾ ਸਾਨੂੰ ਆ ਜਾਏ। ਧਰਮ ਸਿੱਖਣ ਲਈ ਆਏ ਹਾਂ, ਗੁਰੂ ਕੋਲੋਂ ਧਰਮ ਸਿੱਖਣ ਲਈ ਆਏ ਹਾਂ। ਦਰਅਸਲ ਤੁਸੀਂ ਕੰਧਾਂ ਦੀਆਂ ਨੁੱਕਰਾਂ 'ਤੇ ਇੱਕ ਨਿੱਕਾ ਜੀਅ ਵੇਖਿਆ ਹੋਵੇਗਾ, ਜਿਹਦੇ ਸਰੀਰ ਵਿੱਚੋਂ ਜ਼ਾਇਆ ਪਦਾਰਥ ਉਹਦਾ ਨਿਕਲਦਾ ਹੈ, ਉਸ ਨਾਲੋਂ ਇੱਕ ਜਾਲਾ ਘੜ ਦਿੰਦਾ ਹੈ, ਜਿਹਨੂੰ ਆਪਾਂ ਮੱਕੜੀ ਕਹਿੰਦੇ। ਉਹਨੇ ਕੰਧਾਂ ਦੀਆਂ ਨੁੱਕਰਾਂ ਵਿੱਚ ਰਹਿਣਾ, ਉਹਦੇ ਸਰੀਰ ਦਾ ਜ਼ਾਇਆ ਪਦਾਰਥ ਨਿਕਲਣਾ ਅਤੇ ਉਸ ਨੇ ਉਸ ਵਿੱਚੋਂ ਹੀ ਇੱਕ ਜਾਲੇ ਦਾ ਚਿੱਤਰ ਲੈਣਾ, ਆਪੇ ਹੀ ਉਸਨੇ ਘੜੀ ਜਾਣਾ, ਬਣਾਈ ਜਾਣਾ। ਅਤੇ ਬਣਾਏ ਹੋਏ ਆਪਣੇ ਹੀ ਜਾਲੇ ਵਿੱਚ, ਬਣਾਏ ਹੋਏ ਵਿੱਚ ਉਹ ਆਪ ਫਸ ਜਾਂਦੀ। ਜਦੋਂ ਫਸਦੀ ਹੈ ਤਾਂ ਪੂਰਾ ਘੋਲ ਕਰੀ ਜਾਂਦੀ ਹੈ ਵੀ ਮੈਂ ਕਿਸੇ ਤਰੀਕੇ ਨਾਲ ਇਸ ਵਿੱਚੋਂ ਬਾਹਰ ਨਿਕਲਾਂ। ਸਾਰਾ ਕੁਝ ਜਿਹੜਾ ਮੇਰੇ ਇਰਦ ਗਿਰਦ ਹੈ, ਹਰ ਕੋਈ ਮਨੁੱਖ ਜਿਹੜਾ ਕੁਝ ਮੇਰੇ ਇਰਦ ਗਿਰਦ ਹੈ, ਜੋ ਕੁਝ ਮੈਂ ਚਿੱਤਰ ਲਿਆ ਨਾ, ਉਹ ਮੈਨੂੰ ਕਿਸੇ ਨੇ ਬਾਹਰੋਂ ਮੇਰੇ ਲਈ ਕੋਈ ਜਾਲ ਵਿਸ਼ੇਸ਼ ਨਹੀਂ ਸੀ ਬਣਾਇਆ। ਸਾਰੇ ਕੁਝ ਤੰਦਾਂ ਮੈਂ ਆਪ ਹੀ ਖਿੱਚੀਆਂ ਨੇ। ਬਹੁਤੀਆਂ ਧੰਦਾਂ ਦਾ ਕਾਰਨ ਮੈਂ ਹੀ ਬਣਿਆ ਹੋਇਆ, ਮੈਂ ਹੀ ਸਾਰਾ ਕੁਝ ਕੀਤਾ ਹੋਇਆ। ਅਸਲ ਵਿੱਚ ਸ੍ਰੀ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਗਵਾਈ ਲੈਣ ਆਏ ਹਾਂ। ਗੁਰਦੇਵ ਪਾਤਸ਼ਾਹ ਅੱਗੇ ਆਪਣੀ ਇਸ ਆਦਤ ਨੂੰ ਛੱਡੀਏ ਤੇ ਸਹੀ, ਇਸ ਦੁਵੱਲੇਪਨ ਨੂੰ ਛੱਡ ਦਈਏ ਕਿਸੇ ਤਰੀਕੇ ਨਾਲ। ਮਹਾਰਾਜ ਅੱਗੇ ਸਿਜਦਾ ਕਰੀਏ, ਹੇ ਹਜ਼ੂਰ ਸੱਚੇ ਪਾਤਸ਼ਾਹ, ਜਿਵੇਂ ਤੁਸੀਂ ਆਖੋ ਕਿਤੇ ਉਵੇਂ ਚੱਲਣਾ ਆ ਜਾਏ। ਮਹਾਰਾਜ ਜੀ ਨੇ ਕਿਹਾ, ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਣੇ। ਬੜੇ ਬੜੇ ਚਤਰ ਲੋਕ, ਬੜੇ ਬੜੇ ਸਿਆਣੇ ਅਖਵਾਏ ਜਾਣ ਵਾਲੇ ਲੋਕ ਗੁਰੂ ਤੋਂ ਸਖਣੇ ਹੋਏ, ਤਿਲਕ ਗਏ, ਇਉਂ ਵਿਕਾਰਾਂ ਦੀ ਖੱਡ ਵਿੱਚ ਜਾ ਡਿੱਗੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਦਇਆ ਕਰਨ, ਗੁਰੂਦੇਵ ਕੋਲ ਆਇਆ ਧਰਮ ਸਿੱਖਣ ਵਾਸਤੇ, ਗੁਰੂ ਕੋਲ ਆਇਆ ਗਿਆਨ ਸਿੱਖਣ ਵਾਸਤੇ, ਗੁਰੂ ਕੋਲ ਆਇਆ ਜੀਵਨ ਦਾ ਉਦਮ ਸਿੱਖਣ ਵਾਸਤੇ, ਗੁਰੂ ਕੋਲ ਆਇਆ ਕਿ ਕਰਮ ਸੁਚੇਤ ਅਤੇ ਸਾਵਧਾਨ ਹੋ ਕੇ ਕਰ ਸਕੀਏ ਅਤੇ ਇਹਨਾਂ ਕਰਮਾਂ ਵਿੱਚੋਂ ਹੀ ਉਹ ਅਕਾਲ ਪੁਰਖ ਪਰਮੇਸ਼ਰ ਪਰਮਾਤਮਾ ਮਾਲਕ ਵਾਹਿਗੁਰੂ ਜੀ, ਉਸ ਰੱਬ ਜੀ ਨਾਲ ਸਾਡੀ ਸਾਂਝ ਬਣ ਸਕੇ। ਸਾਧ ਸੰਗਤ ਜੀ, ਇਤਨੇ ਕੁ ਵਿਚਾਰ ਕਰਦਿਆਂ ਬੇਸ਼ੁਮਾਰ ਭੁੱਲਾਂ ਹੋ ਗਈਆਂ ਹੋਣਗੀਆਂ। ਸ੍ਰੀ ਹਜ਼ੂਰ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਸਤਿਗੁਰੂ ਪਾਤਸ਼ਾਹ ਦਇਆ ਕਰਨ। ਆਪ ਸਰਬਤ ਸੰਗਤਾਂ ਦੇ ਧੰਨਵਾਦੀ, ਇੱਥੋਂ ਗੁਰੂ ਕੇ ਵਜ਼ੀਰਾਂ ਦਾ ਧੰਨਵਾਦ, ਤਮਾਮ ਸੇਵਾਦਾਰ ਸਾਹਿਬਾਨ ਸਭਨਾਂ ਦੇ ਧੰਨਵਾਦੀ ਹਾਂ। ਮੇਰੀਆਂ ਭੁੱਲਾਂ ਮੇਰੀ ਝੋਲੀ ਪਾ ਦੇਣੀਆਂ, ਸਤਿਗੁਰੂ ਦਇਆ ਕਰਨ। ਬੇਅੰਤ ਹੋਈਆਂ ਭੁੱਲਾਂ ਦੀਆਂ ਖਿਮਾ ਜੀ। ਗੁਰਦੇਵ ਪਿਤਾ ਦੀ ਬਖਸ਼ਿਸ਼ ਕੀਤੀ ਫਤਿਹ ਵਿੱਚ ਸਾਂਝ ਪਾਓ। ਪਿਆਰ ਸਹਿਤ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।